सत श्री अकाल दोस्तों, तुसी देख रहे हो अर्श टीवी ते मैं हाँ ऐशमीत। दोस्तों लैके हाज़र हाँ तुहाडा फेवरेट शो रूहानीयत दीयां लीहां। रूहानीयत दीयां लीहां बारे दोस्तों मैं दस दियां तुहानूं कि इहदे विच असीं उन्हां शख्सियतां नूं उन्हां रूहानी रूहां नूं असीं शामिल करदे हां जिन्हां ने रब दी राह ते चल के रब दीयां लीहां ते चल के कुछ वक्खरा कीता होवे। अज जिहड़ी मैं मुलाकात तुहाडी करवाउण जा रिहा वो श्री गुरुद्वारा श्री मस्तूआणा साहिब तो जिहड़े मुख प्रचारक ने भाई जसविंदर सिंह जी। ਤੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਤੇ ਕਰਦੇ ਹਾਂ ਉਹਨਾਂ ਨਾਲ ਕੁਝ ਖਾਸ ਗੱਲਾਂ ਬਾਤਾਂ। ਬਹੁਤ ਬਹੁਤ ਸਵਾਗਤ ਹੈ ਜਸਵਿੰਦਰ ਜੀ ਤੁਹਾਡਾ ਸਾਡੇ ਸ਼ੋਅ ਰੂਹਾਨੀਅਤ ਦੀਆਂ ਲੀਹਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇੱਥੇ ਆਉਣ ਤੇ ਤੁਹਾਨੂੰ ਸਾਰੀ ਟੀਮ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਤੇ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਕੁਝ ਮੇਰੇ ਨਿੱਜੀ ਸਵਾਲ ਨੇ ਜੀ। ਮੈਂ ਕੋਈ ਮੀਡੀਆ ਪਰਸਨ ਨਹੀਂ ਆ ਜਾਂ ਮੈਂ ਕੋਈ ਇੱਕ ਜਰਨਲਿਸਟ नहीं हाँ जी, मैं एक आम इंसान के नाते अज तुहाडे नाल मुलाकात करना आया तो उदां दे ही कुछ मेरे जिहड़े निजी सवाल ने मैं तुहाडे तो करूँगा अगर तुहाडी इजाजत होवे। कोई गल नहीं, जिन्ना मेरे तो हो पाया मैं अपने एक दायरे दे विच रह के उन्हां सवालों के जवाब देने की कोशिश करांगा। जसविंदर जी जिवें कि तुसीं मुख प्रचारक हो इत्थे गुरुद्वारा मस्तूआणा साहिब दे विच ते मेरा सब तो पहला सवाल भी इसे दे रिलेटेड है कि एक धर्म नूं प्रचारकों की की जरूरत है, प्रचार क्यों करना पै रहा धर्म नूं, की रीज़न है कि धर्म नूं अपना प्रचार करना पै रहा, उहदे लई एम्पलॉई रखे जाते हैं, उहदे लई एक वखरा एक उहनूं बिजनेस बनाया जा चुका। तुहाडा सवाल काफ़ी गुंझलदार भी है जी तो इहदा जवाब असीं सिद्धे रूप च नहीं दे सकते। मैं थोड़ा डिटेल में जाना चाहांगा। धर्म नूं प्रचारकों की लोड़ क्यों आ? हालांकि धर्म अपने आप दे विच एक प्रचार आ ਤੇ ਧਰਮ ਦਾ ਜਿਹੜਾ ਪ੍ਰਚਾਰ ਆ ਉਹ ਬੋਲ ਕੇ ਨਹੀਂ ਹੁੰਦਾ, ਉਹ ਕੰਮ ਕਰਕੇ ਹੁੰਦਾ। ਜਦੋਂ ਤੱਕ ਤੇ ਕੋਈ ਵੀ ਕਮਿਊਨਿਟੀ ਕੰਮ ਕਰਦੀ ਆ ਉਦੋਂ ਤੱਕ ਤੇ ਉਸ ਦਾ ਪ੍ਰਚਾਰ ਹੁੰਦਾ, ਪਰ ਜਦੋਂ ਕੰਮ ਤੋਂ ਹਟ ਕੇ ਕੇਵਲ ਉਹ ਬੋਲਣ ਤੱਕ ਸੀਮਤ ਰਹਿ ਜਾਂਦੇ ਆ ਫਿਰ ਉਹਨੂੰ ਅਸੀਂ ਪ੍ਰਚਾਰ ਨਹੀਂ ਕਹਿ ਸਕਦੇ ਆ। ਸਾਡੇ ਸਿੱਖ ਧਰਮ ਦੀ ਮੈਂ ਗੱਲ ਕਰਾਂ, ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਕੰਮ ਹੁੰਦਾ ਸੀ, ਕੰਮ ਵਧੇਰੇ ਕੀਤਾ ਜਾਂਦਾ ਸੀ ਕਮਿਊਨਿਟੀ ਦੇ ਲਈ, ਲੋਕਾਂ ਦੇ ਲਈ, ਤੇ ਬੋਲ ਕੇ ਜਿਹੜਾ ਪ੍ਰਚਾਰ ਸੀ ਉਹ ਬਹੁਤ ਘੱਟ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਇੱਦਾਂ ਹੀ ਚੱਲਦਾ ਆਇਆ, ਉਹਨਾਂ ਤੋਂ ਬਾਅਦ ਵੀ ਚੱਲਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਬੜਾ ਕੰਮ ਹੋਇਆ, ਬੜਾ ਕੁਛ ਕੀਤਾ ਗਿਆ। ਉਸ ਤੋਂ ਬਾਅਦ ਵਿੱਚ ਜਦੋਂ ਜਗੀਰਾਂ ਗੁਰਦੁਆਰਿਆਂ ਦੇ ਨਾਮ ਲੱਗ ਗਈਆਂ, ਸੋਰਸ ਆਫ ਇਨਕਮ ਵਧਣੇ ਸ਼ੁਰੂ ਹੋ ਗਏ ਗੁਰਦੁਆਰਿਆਂ ਨੂੰ, ਤਾਂ ਗੁਰਦੁਆਰਿਆਂ ਦੇ ਵਿੱਚ ਬੈਠੇ ਜਿਹੜੇ ਪ੍ਰਚਾਰਕ ਸਨ ਜਾਂ ਮਹੰਤ ਸਨ ਜਾਂ ਜੋ ਵੀ ਸਨ, ਉਹਨਾਂ ਨੇ ਗੁਰਦੁਆਰੇ ਨੂੰ ਆਪਣੀ ਨਿੱਜੀ ਪ੍ਰੋਪਰਟੀ ਮੰਨ ਲਿਆ ਤੇ ਪ੍ਰੋਪਰਟੀ ਮੰਨ ਕੇ ਉੱਥੋਂ ਹੋਣ ਵਾਲੀ ਇਨਕਮ ਨੂੰ ਆਪਣੀ ਸਹੂਲਤ ਲਈ ਵਰਤਣਾ ਸ਼ੁਰੂ ਕਰ ਦਿੱਤਾ ਤੇ ਉਹ ਹੋ ਗਏ ਐਸਪ੍ਰਸਤ ਹੋਣ ਕਰਕੇ ਉਹ ਇੱਕ ਪਾਸੇ ਹੋ ਗਏ ਤੇ ਉਹਨਾਂ ਨੇ ਫਿਰ ਆਪਣੇ ਕੰਮ ਦੇ ਲਈ ਜਿਹੜਾ ਉਹਨਾਂ ਦਾ ਕੰਮ ਸੀ ਲੋਕਾਂ ਦੀ ਬਿਹਤਰੀ, ਉਹਦੇ ਲਈ ਉਹਨਾਂ ਨੇ ਪੇਡ EMPLOYE ਰੱਖ ਲਏ ਤੇ ਪੇਡ EMPLOYEਆਂ ਨੇ ਕੇਵਲ ਜ਼ੁਬਾਨੀ ਮੌਖਿਕ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਲੋਕਾਂ ਲਈ ਕੰਮ ਹੋਣੇ ਸੀ, ਕਿਸੇ ਨੂੰ ਫਾਸਟ ਏਡ ਦਿੱਤੀ ਜਾਣੀ ਸੀ, ਕਿਸੇ ਨੂੰ ਜੀਵਨ ਵਧੀਆ ਬਣਾਉਣ ਵਾਸਤੇ ਕਿਸੇ ਸਹਾਰੇ ਦੀ ਲੋੜ ਸੀ ਉਹ ਦਿੱਤੀ ਜਾਣੀ ਚਾਹੀਦੀ ਸੀ, ਉਹ ਚੀਜ਼ਾਂ ਬਿਲਕੁਲ ਬੰਦ ਹੋ ਗਈਆਂ। ਅੱਜ ਦੇ ਸਮੇਂ ਸਟੇਜੀ ਪ੍ਰਚਾਰ ਬਹੁਤ ਹੋ ਰਿਹਾ, ਪਰ ਅੱਗੇ ਸਮਾਜ ਵਿੱਚ ਆਪਣਾ ਦਾਇਰਾ ਉਹ ਵਧਾ ਰਹੇ ਨੇ ਜਿਹੜੇ ਲੋਕਾਂ ਲਈ ਕੰਮ ਕਰ ਰਹੇ ਨੇ। ਪ੍ਰਚਾਰ ਅਸਲ ਵਿੱਚ ਜਿਹੜੀ ਤੁਸੀਂ ਕੀਤੀ ਧਰਮ ਨੂੰ ਪ੍ਰਚਾਰ ਦੀ ਕੀ ਲੋੜ ਆ? ਧਰਮ ਨੂੰ ਪ੍ਰਚਾਰ ਦੀ ਲੋੜ ਨਹੀਂ ਹੈਗੀ, ਧਰਮ ਨੂੰ ਅਸਲ ਵਿੱਚ ਇਨਸਾਨੀਅਤ ਦੀ ਲੋੜ ਆ, ਮਨੁੱਖਤਾ ਦੀ ਲੋੜ ਆ। ਧਰਮ ਅਸਲੋਂ ਕੀ ਹੈ ਜੀ? ਧਰਮ ਧਾਰਨ ਕਰਨ ਨੂੰ ਕਹਿੰਦੇ ਆ ਤੇ ਜਦੋਂ ਅਸੀਂ ਸਿੱਖ ਸੰਦਰਭ ਦੇ ਵਿੱਚੋਂ ਧਰਮ ਨੂੰ ਦੇਖਦੇ ਹਾਂ ਤਾਂ ਉੱਥੇ ਗੁਰੂ ਸਾਹਿਬ ਕਹਿੰਦੇ ਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਸਾਹਿਬ ਕਹਿੰਦੇ ਸਭ ਤੋਂ ਚੰਗਾ ਤੇ ਸਭ ਤੋਂ ਸ੍ਰੇਸ਼ਟ ਉੱਤਮ ਧਰਮ ਉਹ ਆ ਜਿਹੜਾ ਧਰਮ ਸ਼ੁਭ ਗੁਣਾਂ ਦੀ ਗੱਲ ਕਰਦਾ, ਸਾਡੇ ਜੀਵਨ ਨੂੰ ਬਿਹਤਰ ਬਣਾਉਣ ਦੀ ਗੱਲ ਕਰਦਾ ਆ। ਗੁਰਮਤ ਨੇ ਭੇਖ ਨੂੰ ਧਰਮ ਨਹੀਂ ਮੰਨਿਆ, ਪਹਿਰਾਵੇ ਨੂੰ ਧਰਮ ਨਹੀਂ ਮੰਨਿਆ, ਇਮਾਰਤਾਂ ਨੂੰ ਧਰਮ ਨਹੀਂ ਮੰਨਿਆ। ਗੁਰਮਤ ਨੇ ਇੱਕ ਜੀਵਨ ਜਾਂਚ ਨੂੰ ਧਰਮ ਮੰਨਿਆ ਤੇ ਉਹਨੂੰ ਜਿਹੜਾ ਵੀ ਆਪਣੇ ਜੀਵਨ ਵਿੱਚ ਅਪਣਾਉਂਦਾ ਆ ਗੁਰਮਤ ਉਸ ਨੂੰ ਚੰਗਾ ਮੰਨਦੀ ਹੈ। ਪ੍ਰਚਾਰ ਦੀ ਬਹੁਤੀ ਲੋੜ ਨਹੀਂ ਹੈਗੀ, ਮੈਂ ਕਹਾਂਗਾ ਜਿਹੜਾ ਸਟੇਜੀ ਪ੍ਰਚਾਰ ਆ, ਅਸਲੋਂ ਸਾਨੂੰ ਕੰਮ ਕਰਨ ਦੀ ਲੋੜ ਆ। ਇਸ ਸਵਾਲ ਤੋਂ ਇੱਕ ਸਵਾਲ ਹੋਰ ਵੀ ਉੱਠਦਾ ਹੈ ਕਿ ਧਰਮ ਆਪਣੇ ਨਾਲ अपने फॉलोवर्स ਵਧਾਉਣਾ ਕਿਉਂ ਚਾਹੁੰਦਾ? ਕੋਈ ਵੀ ਧਰਮ ਹੈ, ਚਾਹੇ ਉਹ ਹਿੰਦੂ ਧਰਮ ਹੈ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਸਿੱਖ ਧਰਮ ਹੈ, ਧਰਮ ਨੂੰ ਕੀ ਲੋੜ ਹੈ ਕਿ ਲੋਕ ਮੇਰੇ ਨਾਲ ਜੁੜਨ, ਕਿ ਲੋਕਾਂ ਨੂੰ ਆਪਾਂ ਖਿੱਚੀਏ ਕਿ ਲੋਕ ਜਾਂ ਤਾਂ ਅੰਮ੍ਰਿਤ ਛਕਣ ਜਾਂ ਹਿੰਦੂ ਹੈ ਤਾਂ ਹਿੰਦੂਇਜ਼ਮ ਅਪਣਾਉਣ
ਚਾਹੇ ਕ੍ਰਿਸਚੀਅਨ ਨੇ ਉਹ ਵੀ ਵਧਾ ਰਹੇ ਨੇ, ਆਪਣੇ ਫੋਲੋਵਰਸ ਵਧਾ ਰਹੇ ਨੇ, ਬਾਹਰੋਂ ਆ ਕੇ ਵੀ ਇੱਥੇ ਇੰਡੀਆ 'ਚ ਕੰਮ ਕਰ ਰਹੇ, ਉਹਨਾਂ ਨੂੰ ਕੀ ਲੋੜ ਹੈ? ਉਹਦੇ ਨਾਲ ਉਹਨਾਂ ਨੂੰ ਬੈਨੀਫਿਟ ਕੀ ਹੈ ਉਸ ਪਰਟੀਕੂਲਰ ਧਰਮ ਨੂੰ? ਉਹਦੇ ਲਈ ਉਹ ਪੈਸਾ ਵੀ ਖਰਚ ਕਰ ਰਹੇ ਨੇ, ਚਾਹੇ ਕਿਸੇ ਧਰਮ 'ਚ ਵੀ ਲਾ ਲਓ, ਪੈਸਾ ਤਾਂ ਐਟਲੀਸਟ ਖਰਚ ਹੁੰਦਾ ਹੀ ਹੈ। ਧਰਮ ਨੂੰ ਕੀ ਲੋੜ ਹੈ ਕਿ ਮੈਂ ਬੰਦੇ ਜੋੜਾਂ? ਉਹਨੂੰ ਕੀ ਜ਼ਰੂਰਤ ਹੈ? ਧਰਮ ਦਾ ਕੀ ਨੁਕਸਾਨ ਹੈ ਜੇ ਬੰਦੇ ਘੱਟ ਨੇ ਤਾਂ, ਤੇ ਜੇ ਵੱਧ ਜਾਣਗੇ ਤਾਂ ਕੀ ਫਾਇਦਾ? ਧਰਮ ਨੂੰ ਫੋਲੋਅਰ ਵਧਾਉਣ ਦੀ ਜ਼ਰੂਰਤ ਕਿਉਂ ਹੈ ਜੀ? ਇਹਦਾ ਇੱਕ ਪੋਲੀਟੀਕਲ ਕਾਰਨ ਹੈਗਾ। ਕਿਸੇ ਵੀ ਸਮਾਜ ਦੇ ਲੋਕਾਂ ਨੂੰ ਇਕੱਠਿਆਂ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈਗਾ ਧਰਮ ਦਾ। ਧਰਮ ਦੇ ਝੰਡੇ ਦੇ ਅਧੀਨ ਇਕੱਠੇ ਕੀਤੇ ਜਾ ਸਕਦੇ ਆ ਲੋਕ, ਤੇ ਅੱਜ ਤੋਂ ਨਹੀਂ ਸਦੀਆਂ ਤੋਂ ਇਹ ਹੁੰਦਾ ਆਇਆ ਵਾ। ਇਤਿਹਾਸ ਨੂੰ ਜਦੋਂ ਅਸੀਂ ਪੜ੍ਹ ਕੇ ਵੇਖਦੇ ਹਾਂ, ਜੇ ਕਿਸੇ ਕਮਿਊਨਿਟੀ ਦੇ ਵਿੱਚ ਰਾਜ ਕਰਨ ਦੀ ਚਾਹਤ ਪੈਦਾ ਹੋਈ ਤਾਂ ਉਹਨਾਂ ਨੇ ਧਰਮ ਦੇ ਝੰਡੇ ਹੇਠ ਲੋਕਾਂ ਨੂੰ ਇਕੱਠਾ ਕੀਤਾ। ਜਦੋਂ ਇੰਡੀਆ ਦੇ ਵਿੱਚ ਹਿੰਦੂਇਜ਼ਮ ਮਤਲਬ ਸੀ ਸਾਮਰਾਜ ਸਾਰਾ ਚੱਲ ਰਿਹਾ ਸੀ, ਤਾਂ ਵਿਦੇਸ਼ਾਂ ਤੋਂ ਆ ਕੇ ਮੁਸਲਿਮ ਧਾੜਵੀਆਂ ਨੇ ਇੱਥੇ ਹਮਲਾ ਕੀਤਾ, ਤਾਂ ਉਹਨਾਂ ਨੇ ਇਹ ਨਾਅਰਾ ਨਹੀਂ ਦਿੱਤਾ ਵੀ ਅਸੀਂ ਰਾਜਨੀਤਿਕ ਪੱਖ ਤੋਂ ਇੱਕ ਮੁਲਕ 'ਤੇ ਕਬਜ਼ਾ ਕਰਨਾ। ਉਹਨਾਂ ਨੇ ਜਹਾਦ ਦਾ ਨਾਅਰਾ ਦਿੱਤਾ, ਧਰਮ ਦਾ ਨਾਅਰਾ ਦਿੱਤਾ, ਧਰਮ ਯੁੱਧ ਦਾ ਨਾਅਰਾ ਦਿੱਤਾ ਵੀ ਇਹ ਲੋਕ ਨੇ ਜਿਹੜੇ ਇਹ ਕਾਫਰ ਨੇ, ਇਹ ਰੱਬ ਵੱਲੋਂ ਧੱਕੇ ਹੋਏ ਨੇ, ਅਸੀਂ ਇਹਨਾਂ ਨੂੰ ਖਤਮ ਕਰਨਾ ਤੇ ਅਸੀਂ ਇੱਥੇ ਅੱਲਾ ਦਾ ਰਾਜ ਸਥਾਪਿਤ ਕਰਨਾ ਆ। ਤਾਂ ਉਹ ਚੰਦ ਲੋਕ ਨੇ ਜਿਹੜੇ ਰਾਜ ਕਰਨਾ ਚਾਹੁੰਦੇ ਆ, ਤੇ ਉਹ ਚੰਦ ਲੋਕਾਂ ਦਾ ਧਰਮ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੁੰਦਾ। ਉਹ ਸਿਰਫ ਧਰਮ ਨੂੰ ਆਪਣੀ ਰਾਜਸਥਾ ਦੀ ਪ੍ਰਾਪਤੀ ਦੇ ਲਈ ਵਰਤਦੇ ਨੇ। ਕਿਸੇ ਸਮੇਂ ਜਦੋਂ ਕ੍ਰਿਸਚੀਅਨਿਟੀ ਜਿਹੜੇ ਬ੍ਰਿਟਿਸ਼ ਲੋਕ ਸੀ ਉਹਨਾਂ ਦੇ ਵਿੱਚ ਆਲ ਓਵਰ ਵਰਲਡ ਰਾਜ ਕਰਨ ਦੀ ਚਾਹਤ ਪੈਦਾ ਹੋਈ, ਤਾਂ ਉਹ ਜਿੱਥੇ ਵੀ ਗਏ ਉਹ ਆਪਣੇ ਧਰਮ ਨੂੰ ਜ਼ਰੂਰ ਨਾਲ ਲੈ ਕੇ ਗਏ। ਧਰਮ ਦੇ ਰਾਹੀਂ ਲੋਕਾਂ ਦੇ ਦਿਲਾਂ 'ਚ ਘਰ ਕਰਕੇ ਉਹਨਾਂ ਉੱਪਰ ਰਾਜ ਕਰਨ ਦੀ ਉਹਨਾਂ ਨੇ ਜਿਹੜੀ ਮਨੋਵਿਰਤੀ ਸੀ ਉਹਨੂੰ ਅਮਲੀ ਰੂਪ ਦੇ ਵਿੱਚ ਲਾਗੂ ਕੀਤਾ, ਤੇ ਇਹ ਹੁੰਦਾ ਵੀ ਆ। ਹੁਣ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਿਹੜੀ ਬਹੁ ਗਿਣਤੀ ਆ ਉਹ ਮੰਨ ਲਈ ਗਈ ਆ ਵੀ ਹਿੰਦੂਇਜ਼ਮ ਦੀ ਆ, ਠੀਕ ਹੈ ਜੀ, ਪਰ ਅਸਲੋਂ ਹਿੰਦੂਇਜ਼ਮ ਦੀ ਹੈ ਨਹੀਂ ਗੀ, ਕਿਉਂਕਿ ਇੰਡੀਆ 'ਚ ਬਹੁ ਗਿਣਤੀ ਦਲਿਤ ਲੋਕਾਂ ਦੀ ਆ, ਸ਼ੂਦਰ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਵਾ। ਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹਿੰਦੂ ਧਰਮ ਦੇ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸਲਾਮ ਧਰਮ ਧਾਰਨ ਨਹੀਂ ਕੀਤਾ। ਇਹ ਉਹ ਲੋਕ ਨੇ ਜਿਨ੍ਹਾਂ ਤੱਕ ਸਿੱਖੀ ਦਾ ਪ੍ਰਚਾਰ ਜਾ ਨਹੀਂ ਸਕਿਆ। ਇਹ ਉਹ ਲੋਕ ਨੇ ਜਿਨ੍ਹਾਂ ਤੱਕ ਈਸਾਈ ਬਹੁਤ ਵੱਡੀ ਪੱਧਰ ਤੇ ਨਹੀਂ ਜਾ ਸਕੇ। ਤਾਂ ਇਹ ਬੜਾ ਵੱਡਾ ਇੱਕ ਤਬਕਾ ਸੀ ਜਿਹੜਾ ਤਬਕਾ ਭਾਰਤ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਦੇ ਸਕਦਾ ਆ। ਤਾਂ ਉਹਨਾਂ ਲੋਕਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਇਹ ਦਰਸਾਇਆ ਗਿਆ, ਸਮਝਾਇਆ ਗਿਆ ਵੀ ਤੁਸੀਂ ਇਹ ਸਾਡਾ ਪੱਖ ਹੋ, ਸਾਡਾ ਹਿੱਸਾ ਹੋ। ਉਹਨਾਂ ਦਾ ਭਗਵਾਨ ਕਰਨ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਆਪਣੀ ਰਾਜਸਥਾ ਦੀ ਪ੍ਰਾਪਤੀ ਕਰਨ ਦਾ ਹਰ ਕੋਈ ਬੰਦਾ ਕੋਸ਼ਿਸ਼ ਕਰਦਾ ਆ। ਇਹ ਮਤਲਬ ਦੂਜੇ ਸ਼ਬਦਾਂ 'ਚ ਆਪਾਂ ਕਹਿ ਲਈਏ ਤਾਂ ਵੀ ਧਰਮ ਇੱਕ ਪੋਲੀਟੀਕਲ ਪਾਰਟੀ ਨਾਲ ਵਰਗਾ ਹੀ ਹੈ, ਕੁਝ ਉਦਾਂ ਦਾ ਹੀ ਕਹਿ ਲਈਏ ਕਿ ਨਹੀਂ ਵਰਗਾ ਨਹੀਂ ਹੈਗਾ। ਇਹਨੂੰ ਮੈਂ ਮਤਲਬ ਜਿਹੜੀ ਚੀਜ਼ ਤੁਹਾਡਾ ਸਵਾਲ ਸੀ ਵੀ ਫੋਲੋਅਰ ਕਿਉਂ ਵਧਾਉਣਾ ਚਾਹੁੰਦਾ ਹੈ, ਫੋਲੋਅਰ ਇਸ ਲਈ ਵਧਾਉਣਾ ਚਾਹੁੰਦਾ ਆ ਕਿਉਂਕਿ ਉਹ ਧਰਮ ਦੀ ਇੱਛਾ ਹੁੰਦੀ ਹੈ ਵੀ ਅਸੀਂ ਰਾਜ ਸਥਾਪਿਤ ਕਰੀਏ। ਧਰਮ ਦੀ ਇੱਛਾ ਨਹੀਂ ਹੁੰਦੀ। ਅਸਲੋਂ ਧਰਮ ਦੇ ਵਿੱਚ ਲੋਕੀ ਵੜ ਜਾਂਦੇ ਆ ਜਿਨ੍ਹਾਂ ਦੀ ਇੱਛਾ ਹੁੰਦੀ ਆ ਅਸੀਂ ਰਾਜ ਸਥਾਪਿਤ ਕਰੀਏ। ਉਹ ਫਿਰ ਧਰਮ ਦੇ ਰਾਹੀਂ ਸਿੱਖਾਂ 'ਚ ਵੀ ਇਦਾਂ ਹੀ ਹੁੰਦਾ ਹੈ ਜੀ, ਪੰਥ ਦਾ ਨਾਅਰਾ ਦੇ ਕੇ ਹੈ ਨਾ, ਪੰਥ ਖਾਤਰੇ 'ਚ ਆ ਜੇ ਆ ਉਹ ਆ, ਸਾਡੀ ਪੰਥਕ ਪਾਰਟੀ ਹੈ ਜੀ, ਸਾਡੇ ਨਾਲ ਜੁੜੋ। ਤਾਂ ਫਿਰ ਧੜਾ ਧੜ ਉਹ ਲੋਕਾਂ ਦੀ ਭਾਵਨਾ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਹਰ ਥਾਂ ਤੇ ਹੁੰਦਾ ਆ। ਇੱਦਾਂ ਹੀ ਹੁਣ ਮੈਂ ਸਪਸ਼ਟ ਸ਼ਬਦਾਂ 'ਚ ਕਹਿ ਦਿਆਂ ਵੀ ਬੀਜੇਪੀ ਨੇ ਇੱਦਾਂ ਹੀ ਕੀਤਾ ਵਾ। ਉਹਨਾਂ ਦਾ ਜਿਹੜਾ ਏਜੰਡਾ ਸੀਗਾ, ਰਾਮ ਮੰਦਿਰ ਕੋਈ ਬਹੁਤਾ ਵੱਡਾ ਏਜੰਡਾ 20 ਸਾਲ ਪਹਿਲਾਂ ਨਹੀਂ ਸੀ ਹੁੰਦਾ, ਪੈਦਾ ਕੀਤਾ ਗਿਆ, ਢਾਈ ਗਈ ਮਸਜਿਦ, ਲੋਕਾਂ ਦਾ ਧਿਆਨ ਖਿੱਚਿਆ ਗਿਆ, ਤੇ ਉਹਦੇ ਆਧਾਰ ਦੇ ਉੱਪਰ ਉਸ ਚੀਜ਼ ਨੂੰ ਐਸਟੈਬਲਿਸ਼ ਕਰਕੇ ਉਹਨਾਂ ਨੇ ਆਪਣੀ ਜਿਹੜੀ ਹਕੂਮਤ ਸੀ ਉਹ ਲੈ ਆਂਦੀ। ਹਾਲਾਂਕਿ 20 ਸਾਲ ਪਹਿਲਾਂ ਦੇ ਭਾਰਤ ਦੇ ਰਾਜਨੀਤਿਕ ਜਿਹੜੇ ਸਮੀਕਰਨ ਹੈਗੇ ਆ ਉਹ ਦੱਸਦੇ ਨੇ ਵੀ ਇਹ ਪਾਰਟੀ ਐਡੀ ਵੱਡੀ ਪੱਧਰ ਦੇ ਉੱਪਰ ਇੰਡੀਆ ਵਿੱਚ ਕਾਮਯਾਬ ਨਹੀਂ ਸੀ ਹੋ ਸਕਦੀ। ਉਹਨਾਂ ਨੇ ਬੜਾ ਵੱਡਾ ਜਿਹੜਾ ਧਰਮ ਦਾ ਦਾ ਸੀ ਉਹ ਖੇਡਿਆ। ਉਹ ਖੇਡ ਕੇ ਲੋਕਾਂ ਨੂੰ ਆਪਣੇ ਵੱਲ ਅਟਰੈਕਟਿਵ ਕੀਤਾ। ਮੁਹੰਮਦ ਅਲੀ ਜਿਨਾਹ ਨੇ ਇਹੀ ਗੱਲ ਕਹੀ ਸੀ ਨਾ, ਜਦੋਂ ਪਾਕਿਸਤਾਨ ਵੰਡਿਆ ਜਾਣਾ ਸੀ ਤੇ ਉਸ ਵੇਲੇ ਇੰਡੀਆ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਮੁਹੰਮਦ ਅਲੀ ਜਿਨਾਹ ਨੂੰ ਕਿਹਾ ਸੀ ਤੁਹਾਨੂੰ ਪ੍ਰਾਈਮ ਮਿਨਿਸਟਰ ਆਫਰ ਕਰ ਦਿੰਦੇ ਅਸੀਂ, ਤੁਸੀਂ ਆਪਣਾ ਖਿੱਤਾ ਵੱਖਰਾ ਨਾ ਲਓ। ਉਹ ਕਹਿੰਦੇ ਤੁਸੀਂ ਹੁਣ ਮੈਨੂੰ ਕਰ ਦੋਗੇ, ਮੈਂ ਬਣ ਜਾਵਾਂਗਾ, ਉਸ ਤੋਂ ਬਾਅਦ ਵਿੱਚ ਤਾਂ ਵੋਟ ਰਾਜ ਹੋਏਗਾ। ਸਾਡੀ ਮੁਸਲਿਮਾਂ ਦੀ ਕਮਿਊਨਿਟੀ ਘੱਟ ਆ, ਤੁਹਾਡੀ ਕਮਿਊਨਿਟੀ ਵੱਧ ਆ, ਮੁੜ ਕੇ ਤੁਸੀਂ ਇਹ ਰਾਜ ਕਰੋਗੇ ਸਾਡੇ ਉੱਪਰ। ਕਹਿੰਦੇ ਮੈਂ ਆਪਣਾ ਮੁਲਕ ਵੱਖਰਾ ਲੈਣਾ ਵਾ, ਹੈ ਨਾ। ਉਹਨਾਂ ਦੀ ਇਹ ਇੱਕ ਸੋਚ ਸੀ, ਉਹਨਾਂ ਦੀ ਮਤਲਬ ਪ੍ਰੈਕਟੀਕਲੀ ਉਹਨਾਂ ਨੇ ਚਲੋ ਉਹਨੂੰ ਅਮਲੀ ਰੂਪ 'ਚ ਲਾਗੂ ਵੀ ਕਰ ਦਿੱਤਾ ਆ। ਤਾਂ ਧਰਮ ਫੋਲੋਅਰ ਇਸ ਲਈ ਵਧਾਉਂਦਾ ਆ ਤਾਂ ਕਿ ਧਰਮ ਦੇ ਵਿੱਚੋਂ ਜਿਹੜੇ ਕੁਝ ਲੋਕ ਰਾਜ ਸੱਤਾ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੁੰਦੇ ਆ ਉਹ ਧਰਮ 'ਤੇ ਕਾਬਜ਼ ਹੋ ਜਾਂਦੇ ਆ। ਫਿਰ ਉਹ ਉਹਨਾਂ ਲੋਕਾਂ ਦੇ ਰਾਹੀਂ ਉਹਨਾਂ 'ਚ ਅੰਧ ਵਿਸ਼ਵਾਸ ਫੈਲਾ ਕੇ ਜਾਂ ਉਹਨਾਂ ਨੂੰ ਸਹੀ ਸਿੱਖਿਆ ਤੋਂ ਤੋੜ ਕੇ ਆਪਣੇ ਪਿੱਛੇ ਲਾ ਕੇ ਆਪਣੀ ਜਿਹੜੀ ਪੋਲੀਟੀਕਲ ਉਹਨਾਂ ਦੀ ਏਮ ਹੁੰਦੀ ਉਹਨੂੰ ਪੂਰਾ ਕਰਨਾ ਚਾਹੁੰਦੇ ਹੁੰਦੇ, ਜਿੰਨਾ ਮਤਲਬ ਮੇਰੀ ਸਮਝ ਵਿੱਚ ਆਉਂਦਾ ਆ। ਜਿਵੇਂ ਕਿ ਤੁਸੀਂ ਧਰਮ ਪ੍ਰਚਾਰਕ ਹੋ ਜੀ, ਤੁਹਾਡਾ ਕੀ ਏਮ ਹੈ? ਤੁਸੀਂ ਕਿਉਂ ਕਰ ਰਹੇ ਹੋ ਇਹ ਸਭ? ਤੁਸੀਂ ਇੱਕ ਤੁਹਾਡੀ ਜੋਬ ਹੈ, ਚਲੋ ਮੈਂ ਮੰਨਦਾ ਹਾਂ ਤੁਹਾਡੀ ਇੱਕ ਜੋਬ ਹੈ, ਲੇਕਿਨ ਤੁਹਾਡਾ ਇੱਕ ਅੰਦਰਲਾ ਮਨ ਵੀ ਕੁਝ ਕਹਿੰਦਾ ਹੋਣਾ ਕਿ ਮੈਂ ਧਰਮ ਪ੍ਰਚਾਰ ਕਿਉਂ ਕਰ ਰਿਹਾ,
ਇਹਦੀ ਕੀ ਜ਼ਰੂਰਤ ਕੀ ਪੈ ਰਹੀ ਹੈ? ਹਾਂ, ਮਤਲਬ ਸਾਡੀ ਜਿਹੜੀ ਇੱਛਾ, ਸਭ ਤੋਂ ਪਹਿਲੀ ਗੱਲ ਤਾਂ ਜੋਬ ਹੈ ਜੀ। ਇੱਕ ਪ੍ਰੋਫੈਸ਼ਨ ਬਣ ਗਿਆ ਧਰਮ ਪ੍ਰਚਾਰ। ਅੱਜ ਦੇ ਸਮੇਂ ਪ੍ਰਚਾਰਕ ਬਾਕਾਇਦਾ ਅਪਾਇੰਟ ਹੁੰਦੇ ਆ, ਉਹਨਾਂ ਨੂੰ ਪੇ ਦਿੱਤੀ ਜਾਂਦੀ ਹੈ। ਤਾਂ ਇੱਕ ਉਹ ਵੀ ਕੰਮ ਹੈਗਾ ਆ, ਸੌਖਾ ਕੰਮ ਆ, ਹੈ ਨਾ। ਇਹਦੇ 'ਚ ਇਹ ਨਹੀਂ ਹੈਗਾ ਵੀ ਅਸੀਂ ਧੁੱਪੇ ਜਾਣਾ, ਕੋਈ ਉਹ ਕਰਨਾ। ਇੱਦਾਂ ਦਾ ਕੰਮ ਬੜਾ ਸੌਖਾ ਕੰਮ ਹੈ, ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ। ਸਟੱਡੀ ਕਰਨੀ ਪੈਂਦੀ ਹੈ, ਪੜ੍ਹਨਾ ਪੈਂਦਾ ਆ। ਅਤੇ ਇਹਦੇ 'ਚ ਕਾਮਯਾਬ ਉਹੀ ਹੁੰਦਾ ਬੰਦਾ ਜਿਹੜਾ ਮਿਹਨਤ ਵੱਧ ਕਰਦਾ। ਜਿਹੜੇ ਨਹੀਂ ਮਿਹਨਤ ਕਰਦੇ ਉਹ ਫਿਰ ਜਿਵੇਂ ਦੇ ਹੁੰਦੇ ਉਵੇਂ ਰਹਿ ਜਾਂਦੇ, ਹਰ ਧਰਮ ਦੇ ਵਿੱਚ, ਹੈ ਨਾ। ਉਹ ਪਰਟੀਕੂਲਰ ਇੱਕ ਧਰਮ ਦੀ ਗੱਲ ਹੈ ਨਹੀਂ ਗੀ। ਅਤੇ ਅਸੀਂ ਕੰਮ ਦੇ ਨਾਲ ਨਾਲ, ਜੋਬ ਦੇ ਨਾਲ ਨਾਲ, ਇੱਛਾ ਇਹ ਹੈ ਵੀ ਗੁਰਮਤ ਦੇ ਵਿੱਚ ਜਿਹੜੀਆਂ ਅਨਮਤੀ ਕਰਮਕਾਂਡ ਆਵੜੇ ਹੋਰਨਾਂ ਥਾਵਾਂ ਤੋਂ ਲਿਆ ਕੇ ਵਾੜ ਦਿੱਤੇ ਗਏ, ਸਿੱਖੀ ਦਾ ਅਸਲ ਚਿਹਰਾ ਮੋਹਰਾ ਧੁੰਦਲਾ ਕੇ ਕੁਛ ਹੋਰ ਹੀ ਕਰ ਦਿੱਤਾ ਗਿਆ। ਵੀ ਬਹੁਤਾ ਨਹੀਂ ਤਾਂ ਮੈਂ ਘੱਟੋ ਘੱਟ ਆਪਣੇ ਇਲਾਕੇ ਦੇ ਲੋਕਾਂ ਨੂੰ ਤਾਂ ਜਾਗਰਤ ਕਰ ਸਕਾਂ, ਹੈ ਨਾ। ਮੈਂ ਵਿਸ਼ਵ ਪੱਧਰ ਦੀ ਗੱਲ ਨਹੀਂ ਕਰਦਾ, ਤਬਦੀਲੀ ਲੈ ਕੇ ਆਊਂਗਾ। ਮੈਂ ਆਪਣੇ ਖਿੱਤੇ ਦੇ, ਜੇ ਆਪਣੀ ਜ਼ਿੰਦਗੀ 'ਚ 50 ਲੋਕਾਂ ਨੂੰ ਵੀ ਸਹੀ ਸੇਧ ਦੇ ਕੇ ਉਹਨਾਂ ਨੂੰ ਦੱਸਣ ਵਿੱਚ ਇਹ ਸਫਲ ਹੋ ਗਿਆ ਵੀ ਗੁਰਮਤ ਆਹ ਕਹਿੰਦੀ ਆ, ਤੁਸੀਂ ਇਸ ਰਾਹ 'ਤੇ ਤੁਰਦੇ ਹੋ, ਤਾਂ ਮੈਂ ਸਮਝਾਂਗਾ ਮੇਰਾ ਟੀਚਾ ਸਫਲ ਹੈ। ਮੈਂ ਇਹ ਚਾਹੁੰਦਾ ਵਾਂ ਵੀ ਜਿਹੜਾ ਧੁੰਦਲਾ ਚੁੱਕਿਆ ਵਾ ਉਹਨੂੰ ਥੋੜ੍ਹਾ ਥੋੜ੍ਹਾ ਸਾਫ਼ ਕਰੀਏ। ਧਰਮ ਨੂੰ ਕੀ ਜ਼ਰੂਰਤ ਹੈ ਕਿ ਲੋਕਾਂ ਦੀ ਜ਼ਿੰਦਗੀ ਸਵਾਰੇ? ਮਗਰ ਮੇਰਾ ਬੁਰਾ ਹੋ ਰਿਹਾ ਹੈ, ਮੈਂ ਕਿਸੇ ਵੀ ਧਰਮ ਨੂੰ ਫੋਲੋ ਨਹੀਂ ਕਰ ਰਿਹਾ। ਮੈਂ ਕੁਝ ਗਲਤ ਕੰਮ ਕਰ ਰਿਹਾ, ਮੈਨੂੰ ਸਜ਼ਾ ਦੇਣ ਲਈ ਕਾਨੂੰਨ ਹੈ, ਸਰਕਾਰ ਹੈ, ਜਾਂ ਸਮਾਜ ਬੈਠਾ ਮੈਨੂੰ ਸਜ਼ਾ ਦੇਣ ਲਈ। ਮੈਨੂੰ ਧਾਰਮਿਕ ਡਰਾਵਾ ਕਿਹੜੀ ਗੱਲ ਦਾ ਦਿੱਤਾ ਜਾਂਦਾ ਹੈ ਕਿ ਵੀ ਤੂੰ ਇਦਾਂ ਕਰੇਗਾ ਤਾਂ ਤੇਰੇ ਨਾਲ ਆਹ ਹੋ ਜਾਊਗਾ, ਇਦਾਂ ਕਰੇਗਾ ਤਾਂ ਆਹ ਹੋ ਜਾਊਗਾ, ਹੈ ਨਾ। ਵੀ ਮੈਨੂੰ ਚੰਗਾ ਮਾੜਾ ਮੈਂ ਆਪਣਾ ਆਪ ਸੋਚ ਸਕਦਾ। ਤੇ ਇਹ ਧਰਮ ਨੂੰ ਕੀ ਲੋੜ ਹੈ ਲੋਕਾਂ ਦੀ ਜ਼ਿੰਦਗੀ ਸਵਾਰਨ ਦੀ, ਚਾਹੇ ਕੋਈ ਧਰਮ ਹੈ? ਜਿਹੜਾ ਬੌਧਿਕ ਵਿਕਾਸ ਹੁੰਦਾ ਨਾ, ਇਹ ਸਮੇਂ ਨਾਲ ਹੁੰਦਾ ਜੀ ਨਾ, ਇਹ ਯਕਦਮ ਨਹੀਂ ਹੁੰਦਾ। ਕਿਸੇ ਵੀ ਚੀਜ਼ ਦਾ ਅਸੀਂ ਦੇਖ ਲਈਏ, ਹੁਣ ਅਸੀਂ ਇਨਸਾਨ ਆ, ਅਸੀਂ ਬਾਕੀ ਪ੍ਰਜਾਤੀਆਂ ਤੋਂ ਬਾਅਦ ਵਿੱਚ ਧਰਤੀ 'ਤੇ ਆਏ ਹਾਂ, ਹੈ ਨਾ। ਸਾਡੇ ਨਾਲ ਪਹਿਲਾਂ ਪਸ਼ੂ ਪੰਛੀ ਆ ਚੁੱਕੇ ਨੇ। ਅਸੀਂ ਤਾਂ ਵਿਕਾਸ ਕਰਦੇ ਕਰਦੇ ਅੱਜ ਕਿੱਥੇ ਪਹੁੰਚ ਗਏ ਹਾਂ, ਪਰ ਜਿਹੜੇ ਬਾਕੀ ਪ੍ਰਜਾਤੀਆਂ ਉੱਥੇ ਦੀਆਂ ਉੱਥੇ ਖੜੀਆਂ। 1000 ਸਾਲ ਪਹਿਲਾਂ ਪੰਛੀ ਆਲ੍ਹਣਾ ਬਣਾਉਂਦਾ ਸੀ, ਅੱਜ ਵੀ ਉੱਥੇ ਹੀ ਰਹਿੰਦਾ। ਪਰ ਮਨੁੱਖ ਦੇ 1000 ਸਾਲ ਦਾ ਵਿਕਾਸ ਅਸੀਂ ਦੇਖੀਏ ਤਾਂ ਉਹ ਅੱਜ ਦੇ ਸਮੇਂ ਬੜੀ ਚਰਮ ਸੀਮਾ 'ਤੇ ਪਹੁੰਚ ਚੁੱਕਿਆ ਵਾ, ਹੈ ਨਾ। ਜਿੱਥੇ ਪਹਿਲਾਂ ਰਹਿੰਦਾ ਸੀ ਅੱਜ ਉੱਥੇ ਨਹੀਂ ਰਹਿੰਦਾ। ਵਿਕਾਸ ਹੁੰਦਾ ਆ। ਇੱਕ ਜਿਹੜਾ ਬੌਧਿਕ ਵਿਕਾਸ ਆ, ਇਹ ਹੌਲੀ ਹੌਲੀ ਹੁੰਦਾ, ਯਕਦਮ ਨਹੀਂ ਇਹ ਹੋਇਆ ਕਰਦਾ। ਤਾਂ ਅੱਜ ਤੋਂ ਸਦੀਆਂ ਪਹਿਲਾਂ ਜਦੋਂ ਐਜੂਕੇਸ਼ਨ ਦਾ ਇਹ ਸਾਧਨ ਹੈ ਨਹੀਂ ਸੀ, ਸੋਰਸ ਹੈ ਨਹੀਂ ਸੀ, ਤੇ ਲੋਕ ਧਰਮ ਦੇ ਰਾਹੀਂ ਹੀ ਗੱਲ ਨੂੰ ਸਮਝਦੇ ਸਨ। ਧਾਰਮਿਕ ਭੂਗੋਲਿਕ ਖਿੱਤੇ ਵਿੱਚ ਰਹਿੰਦੇ ਸਨ, ਉਹੀ ਪ੍ਰਭਾਵ ਸੀ, ਉਹੀ ਮਾਨਤਾ ਬਣੀ ਹੋਈ ਸੀ। ਬਚਪਨ ਤੋਂ ਜਿਵੇਂ ਦੀ ਘਾਟ ਘੜ ਦਿੱਤੀ ਜਾਏ, ਬੱਚਾ ਸਾਰੀ ਉਮਰ ਉਸ ਪਾਸੇ ਹੀ ਚੱਲਦਾ ਹੈ ਨਾ। ਉਹਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕਰੋ, ਉਹ ਨਹੀਂ ਮੰਨਿਆ ਕਰਦਾ। ਹੁਣ ਇੱਕ ਸਿੱਧੀ ਜੀ ਗੱਲ ਆ, ਇੱਕ ਫਾਰਮੂਲਾ ਬਣਾ ਦਿੱਤਾ ਗਿਆ ਵੀ 2 + 2 4 ਹੁੰਦੇ ਆ। ਇਹ ਬਣਾਇਆ ਤੇ ਸਾਨੂੰ ਸਮਝਾਇਆ। ਸਾਨੂੰ ਤਾਂ ਨਹੀਂ ਨਾ ਪਤਾ, ਸਾਨੂੰ ਸਮਝਾ ਦਿੱਤਾ, ਅਸੀਂ ਇਹ ਗੱਲ ਮੰਨ ਲਈ। ਹੁਣ ਜੇ ਸਾਨੂੰ ਕੋਈ ਕਹੇ ਵੀ 2 + 2 5 ਹੁੰਦੇ ਆ, ਅਸੀਂ ਨਹੀਂ ਮੰਨਾਂਗੇ, ਕਿਉਂਕਿ ਅਸੀਂ ਇਹ ਗੱਲ ਨੂੰ ਸਵੀਕਾਰ ਕਰ ਚੁੱਕੇ ਹਾਂ। ਜਿਹੜੀ ਚੀਜ਼ ਅਸੀਂ ਬਚਪਨ ਤੋਂ ਸਵੀਕਾਰ ਕਰਦੇ ਆ ਰਹੇ ਹੁੰਦੇ ਆ, ਉਹਨੂੰ ਅੰਦਰੋਂ ਕੱਢਣਾ ਬੜਾ ਔਖਾ ਹੁੰਦਾ ਆ। ਤਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਬੌਧਿਕ ਵਿਕਾਸ ਬਹੁਤ ਥੋੜ੍ਹਾ ਸੀ, ਲੋਕ ਅੰਧ ਵਿਸ਼ਵਾਸਾਂ ਵਿੱਚ ਜਾਂ ਚੀਜ਼ਾਂ 'ਚ ਭਰੋਸਾ ਰੱਖਦੇ ਸਨ, ਤਾਂ ਉਸ ਵੇਲੇ ਫਿਰ ਧਰਮ ਦੀ ਸਿੱਖਿਆ ਦੀ ਰਾਹੀਂ ਜਿਹੜੇ ਚੰਗੇ ਪੁਰਸ਼ ਸਨ, ਉਹ ਧਰਮ ਦੀ ਸਿੱਖਿਆ ਤੇ ਧਰਮ ਦੇ ਭੇਖ ਦੀ ਰਾਹੀਂ ਲੋਕਾਂ ਦਾ ਜੀਵਨ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਸਨ। ਗੱਲ ਸੀ ਮਨੁੱਖਾ ਜੀਵਨ ਸਵਾਰਨਾ, ਚੰਗੇ ਪਾਸੇ ਲੈ ਕੇ ਆਉਣਾ, ਐਜੂਕੇਟ ਕਰਨਾ। ਹਾਂ, ਜੋ ਧਰਮ ਦੇ ਰਾਹੀਂ ਆਉਂਦੇ ਨੇ ਤਾਂ ਧਰਮ ਦੇ ਰਾਹੀਂ ਲਿਓ, ਜਿਹੜਾ ਧਰਮ ਰਾਹੀਂ ਆਉਂਦਾ ਉਹਨੂੰ ਧਰਮ ਰਾਹੀਂ ਲਿਆਓ, ਜਿਹੜਾ ਸਕੂਲ ਰਾਹੀਂ ਆਉਂਦਾ ਉਹਨੂੰ ਸਕੂਲ ਰਾਹੀਂ ਲਿਆਓ, ਜਿਹੜਾ ਕਿਸੇ ਤਰੀਕੇ ਰਾਹੀਂ ਆਉਂਦਾ ਉਹਨੂੰ ਲਿਆਓ। ਧਰਮ ਉਹਦੇ ਵਿੱਚ ਆਪਣਾ ਇੱਕ ਪਾਰਟ ਅਦਾ ਕਰ ਰਿਹਾ ਮਨੁੱਖਾ ਜੀਵਨ ਨੂੰ ਬਿਹਤਰ ਬਣਾਉਣ ਵਿੱਚ। ਜਿਹੜੇ ਧਰਮ ਰਾਹੀਂ ਆਉਂਦੇ ਨੇ, ਹੁਣ ਗੁਰਦੁਆਰੇ ਤਾਂ ਸਾਰੇ ਨਹੀਂ ਆਉਂਦੇ ਜੀ, ਮੰਦਿਰ ਵਿੱਚ ਵੀ ਸਾਰੇ ਨਹੀਂ ਜਾਂਦੇ, ਹੈ ਨਾ। ਤਾਂ ਜਿਹੜੇ ਮੰਦਿਰ ਰਾਹੀਂ ਸੁਧਰਨਾ ਚਾਹੁੰਦੇ ਆ, ਉਹਨਾਂ ਨੂੰ ਮੰਦਿਰ ਗੁਰਦੁਆਰੇ ਰਾਹੀਂ ਸਹੀ ਬਣਾ ਲਓ। ਜਿਹੜੇ ਸਕੂਲ ਰਾਹੀਂ ਸਹੀ ਹੋਣਾ ਚਾਹੁੰਦੇ ਆ, ਉਹਨਾਂ ਨੂੰ ਉਸ ਪਾਸਿਓਂ ਬਣਾ ਲਓ। ਤਾਂ ਇਸ ਰੂਪ ਦੇ ਵਿੱਚ ਹੀ ਆਪਣਾ ਪਾਰਟ ਅਦਾ ਕਰ ਰਹੇ ਨੇ। ਤੁਸੀਂ ਕੀ ਸੋਚਦੇ ਹੋ ਕਿ ਇੱਕ ਧਰਮ ਨੂੰ ਜੁਆਇਨ ਕਰਨ ਲਈ, ਜਾਂ ਮੈਂ ਆਪਣਾ ਸਵੀਕਾਰ ਕਰਨਾ ਕਿ ਮੈਂ ਚਲੋ ਹਿੰਦੂ ਧਰਮ ਨੂੰ ਪੈਦਾ ਹੋਇਆ ਹਿੰਦੂ ਧਰਮ ਦੇ ਵਿੱਚ, ਹੈ ਨਾ, ਇੱਕ ਕੀ ਏਜ ਹੋਣੀ ਚਾਹੀਦੀ ਹੈ ਕਿ ਬੱਚਾ ਉਦੋਂ ਸਮਝੇ ਕਿ ਮੈਂ ਕਿਹੜੇ ਧਰਮ ਨੂੰ ਜੁਆਇਨ ਕਰਨਾ ਹੈ, ਮੈਂ ਕਿਹੜੇ ਧਰਮ ਦਾ ਪਾਲਣ ਕਰਨਾ, ਮੈਂ ਕਿਹੜੇ ਧਰਮ ਦੀ ਇੱਜ਼ਤ ਕਰਨੀ? ਮਤਲਬ ਜੰਮਦੇ ਬੱਚੇ ਨੂੰ ਆਪਾਂ, ਉਹਦੇ ਵਾਲ ਹੁੰਦੇ ਆ, 6 ਮਹੀਨਿਆਂ ਦਾ ਬੱਚਾ ਹੁੰਦਾ, ਉਹਦੀ ਝੰਡ ਕਰਾਉਣ ਆਪਾਂ ਲੈ ਜਾਂਦੇ ਆ ਵੀ ਸਾਡੇ ਤਾਂ ਆਪਣੇ ਤਾਂ ਇੱਥੇ ਜਾਂਦੇ ਆ ਜੀ। ਉਹਨੂੰ ਜੰਮਦੇ ਨੂੰ ਇੱਕ ਲੇਬਲ ਮਿਲ ਜਾਂਦਾ, ਇੱਕ ਟੈਗ ਮਿਲ ਜਾਂਦਾ ਕਿ ਤੂੰ ਇਸ ਧਰਮ ਦਾ ਹੈ। ਪੈਦਾ ਹੁੰਦੇ ਬੱਚੇ, ਉਹਨੂੰ ਕੀ ਪਤਾ ਮੇਰਾ ਧਰਮ ਸਹੀ ਹੈ, ਮੇਰੇ ਮਾਪਿਓ ਨੇ ਗਲਤੀ ਕੀਤੀ, ਮੈਂ ਇਸ ਧਰਮ 'ਚ ਪੈਦਾ ਹੋ ਗਿਆ। ਉਹਨੂੰ, ਬੱਚੇ ਨੂੰ ਤਾਂ ਨਹੀਂ ਨਾ ਪਤਾ। ਉਹ ਅੱਗੇ ਸਾਰੀ ਉਮਰ ਜਦੋਂ ਤੱਕ ਉਹ ਵੱਡਾ ਹੁੰਦਾ ਉਦੋਂ ਤੱਕ ਉਹਦੇ ਚੀਜ਼ਾਂ ਭਰੀਆਂ ਜਾ ਚੁੱਕੀਆਂ ਹੁੰਦੀਆਂ ਰੱਜ ਕੇ। ਉਹਨੂੰ ਜਮਾਂ ਉਹਦਾ ਮਾਈਂਡ ਵਾਸ਼ ਕਰ ਦਿੱਤਾ ਜਾਂਦਾ ਹੈ, ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਹੈ ਕਿ ਤੂੰ ਆਪਣੇ ਧਰਮ 'ਚ ਆ ਹੁੰਦਾ, ਆ ਹੁੰਦਾ, ਆ ਹੁੰਦਾ, ਆ ਹੁੰਦਾ, ਆ ਹੁੰਦਾ। ਉਹਨੂੰ ਸੋਚਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਮਤਲਬ ਇੱਕ ਤੁਸੀਂ ਇਹ ਵੀ ਸੋਚਦੇ ਹੋ ਕਿ ਕੋਈ ਇੱਕ ਪਰਟੀਕੂਲਰ ਏਜ ਹੋਣੀ ਚਾਹੀਦੀ ਹੈ, ਇਸ ਏਜ ਤੋਂ ਬਾਅਦ
ਬੰਦਾ ਖੁਦ ਡਿਸਾਈਡ ਕਰੇ ਕਿ ਮੈਂ ਕਿਹੜੇ ਧਰਮ ਨੂੰ ਫੋਲੋ ਕਰਨਾ ਹੈ। ਦੇਖੋ ਮੈਚੁਰਿਟੀ ਇੱਕ ਬੰਦੇ 'ਚ ਹੋਣੀ ਚਾਹੀਦੀ ਹੈ ਇਨਸਾਨ ਦੇ ਅੰਦਰ, ਤੇ ਉਹਦੇ ਲਈ ਸਾਨੂੰ ਇੰਡੀਪੈਂਡੈਂਟ ਹੋਣਾ ਪੈਣਾ ਆ। ਤੇ ਮੈਂ ਹੋਰ ਤਾਂ ਨਹੀਂ ਗੱਲ ਕਰਾਂਗਾ, ਮੈਂ ਗੁਰਮਤ ਵਿੱਚੋਂ ਸਿੱਖ ਧਰਮ 'ਚੋਂ ਗੱਲ ਕਰਾਂਗਾ। ਗੁਰੂ ਨਾਨਕ ਦੀ ਫੈਮਿਲੀ ਸੀ ਜਿਹੜੀ ਮਹਿਤਾ ਕਾਲੂ ਜੀ ਦੀ, ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸੀ, ਕੋਈ ਸ਼ੱਕ ਨਹੀਂ। ਉਹਨਾਂ ਦੇ ਕਿਰਿਆਕਰਮ ਉੱਦਾਂ ਹੋਏ ਹੋਣਗੇ। ਤੇ ਇਹ ਵੀ ਇਤਿਹਾਸ ਦੱਸਦਾ ਹੈ ਵੀ ਜਦੋਂ 9-10 ਸਾਲ ਦੇ ਹੋਏ, 10-11 ਸਾਲ ਦੇ ਖੱਤਰੀਆਂ ਦੇ ਵਿੱਚੋਂ ਸਨ। ਤੇ ਹਿੰਦੂਇਜ਼ਮ ਇਹ ਕਹਿੰਦੀ ਹੈ ਵੀ ਬ੍ਰਾਹਮਣ ਦਾ ਬੱਚਾ ਜਦੋਂ 9 ਸਾਲ ਦਾ ਉਹਨੂੰ ਜਨੇਊ ਪਾਉਣਾ, ਤੇ ਖੱਤਰੀ ਦਾ ਜਦੋਂ 11 ਸਾਲ ਦਾ ਉਹਨੂੰ ਜਨੇਊ ਪਾਉਣਾ, ਵੈਸ਼ ਦਾ 13 ਸਾਲ ਦਾ ਹੋ ਗਿਆ ਉਹਨੂੰ ਜਨੇਊ ਪਾਉਣਾ, ਸ਼ੂਦਰ ਨੂੰ ਪਾਉਣਾ ਨਹੀਂ। ਹੁਣ ਗੁਰੂ ਨਾਨਕ ਜਦੋਂ 10-11 ਸਾਲ ਦੇ ਹੋਏ ਤਾਂ ਜਨੇਊ ਪਾਉਣ ਦੀ ਰਸਮ ਅਦਾ ਕੀਤੀ ਜਾਣੀ ਸੀ ਘਰ 'ਚ, ਹੈ ਨਾ, ਤਿਆਰੀ ਕੀਤੀ। ਤੇ ਚਲੋ ਉਸ ਉਮਰ ਤੱਕ ਗੁਰੂ ਨਾਨਕ ਪਾਤਸ਼ਾਹ ਮੇ ਵੀ ਮੈਚੁਰ ਹੋ ਚੁੱਕੇ ਹੋਣੇ ਆ। 10-11 ਸਾਲ ਤੱਕ ਬੰਦੇ ਨੂੰ ਕਈ ਗੱਲਾਂ ਦੀ ਸਮਝ ਆ ਜਾਂਦੀ ਹੈ ਨਾ। ਤਾਂ ਉਹਨਾਂ ਨੂੰ ਅਸੀਂ ਸ਼ਰਧਾ ਦਿੰਦੇ ਹਾਂ, ਸਤਿਕਾਰ ਦਿੰਦੇ ਹਾਂ, ਜਨਮ ਤੋਂ ਗੁਰੂ ਮੰਨਦੇ ਆ। ਉਹ ਸਾਡੀ ਭਾਵਨਾ ਹੈ। ਹੋ ਸਕਦਾ ਕਿਸੇ ਹੋਰ ਬੰਦੇ ਦੀ ਸਾਡੇ ਧਰਮ 'ਚ ਉਹ ਬਲੀਵ ਨਾ ਹੋਵੇ। ਤਾਂ ਜਦੋਂ ਉਹ ਸਾਰਾ ਉੱਥੇ ਅਪਣਾਇਆ ਗਿਆ, ਹੈ ਨਾ, ਕੀਤਾ ਗਿਆ ਤਿਆਰੀ ਜਨੇਊ ਪਾਉਣ ਦੀ, ਮਹਿਤਾ ਕਾਲੂ ਜੀ ਵੀ ਉੱਥੇ ਨੇ, ਉਹ ਪੰਡਤ ਵੀ ਉੱਥੇ ਹੀ ਆ। ਤਾਂ ਗੁਰੂ ਨਾਨਕ ਉੱਥੇ ਜਵਾਬ ਦੇ ਦਿੰਦੇ ਆ, ਮੈਂ ਨਹੀਂ ਧਾਰਨ ਕਰਨਾ। ਤਾਂ ਗੁਰੂ ਨਾਨਕ ਦੀ ਫੈਮਿਲੀ ਹੈ ਜਿਹੜੀ ਗੱਲ ਤੁਸੀਂ ਕੀਤੀ ਕਿਸ ਏਜ ਵਿੱਚ, ਮਤਲਬ ਇਹ ਮੈਂ ਛੱਡਾਂਗਾ ਪੇਰੈਂਟਸ ਦੇ ਉੱਪਰ ਵੀ ਤੁਸੀਂ ਆਪਣੇ ਬੱਚੇ ਨੂੰ ਇੰਡੀਪੈਂਡੈਂਟ ਰੱਖੋ, ਉਹਦੇ ਉੱਪਰ ਥੋਪੋ ਨਾ। ਹੁਣ ਮਹਿਤਾ ਕਾਲੂ ਨੇ ਗੁਰੂ ਨਾਨਕ ਦੇ ਉੱਪਰ ਧਰਮ ਥੋਪਿਆ ਨਹੀਂ, ਉਹਨਾਂ ਨੂੰ ਇੰਡੀਪੈਂਡੈਂਟ ਰੱਖ ਦਿੱਤਾ ਵੀ ਤੁਸੀਂ ਨਹੀਂ ਪਾਉਣਾ ਚਾਹੁੰਦੇ। ਉਹ ਕਹਿੰਦੇ ਨਹੀਂ, ਕਹਿੰਦੇ ਠੀਕ ਹੈ ਪੰਡਿਤ ਜੀ ਰਹਿਣ ਦਿਓ, ਜੇ ਨਹੀਂ ਸਵੀਕਾਰ ਕਰਨਾ ਚਾਹੁੰਦੇ ਧਰਮ ਨੂੰ ਕੋਈ ਗੱਲ ਨਹੀਂ। ਤੇ ਅੱਗੇ ਫਿਰ ਗੁਰੂ ਨਾਨਕ ਦੀ ਸੰਤਾਨ ਆ ਸ਼੍ਰੀ ਚੰਦ ਤੇ ਲਖਮੀ ਦਾਸ, ਜਿਹੜੀ ਵਿਚਾਰਧਾਰਾ ਗੁਰੂ ਨਾਨਕ ਨੇ ਸ਼ੁਰੂ ਕੀਤੀ ਉਹਨਾਂ ਨੇ ਨਹੀਂ ਅਪਣਾਈ। ਤੇ ਗੁਰੂ ਨਾਨਕ ਨੇ ਜਦੋਂ ਬੱਚੇ ਸੀ ਉਦੋਂ ਵੀ ਇੰਡੀਪੈਂਡੈਂਟ ਨੇ, ਜਦੋਂ ਹੁਣ ਪੇਰੈਂਟਸ ਦੇ ਰੂਪ 'ਚ ਆ ਗਏ, ਅੱਗੇ ਉਹਨਾਂ ਦੇ ਬੱਚੇ ਨੇ, ਤਾਂ ਉਦੋਂ ਵੀ ਗੁਰੂ ਨਾਨਕ ਜੀ ਨੇ ਆਪਣੇ ਬੱਚਿਆਂ ਨੂੰ ਇੰਡੀਪੈਂਡੈਂਟ ਰੱਖਿਆ ਵੀ ਜੇ ਤੁਸੀਂ ਮੇਰੀ ਵਿਚਾਰਧਾਰਾ ਨਹੀਂ ਅਪਣਾਉਣਾ ਚਾਹੁੰਦੇ ਤੁਸੀਂ ਇੰਡੀਪੈਂਡੈਂਟ ਹੋ, ਕੋਈ ਗੱਲ ਨਹੀਂ, ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਤੁਸੀਂ ਉਸ ਨੂੰ ਅਪਣਾ ਲਓ। ਇਹ ਪੇਰੈਂਟਸ ਦੇ ਉੱਪਰ ਜਿਹੜੀ ਹੈਗੀ ਆ, ਮੈਂ ਸੋਚਦਾ ਹਾਂ ਵੀ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਸਾਡੇ ਬੱਚਿਆਂ ਦਾ ਝੁਕਾਅ ਕਿਹੜੇ ਪਾਸੇ। ਹਾਂ, ਜੇ ਮਾੜੇ ਪਾਸੇ ਆ, ਗਲਤ ਕੰਮਾਂ 'ਚ ਪਏ ਹੋਏ ਨੇ, ਉਹਨਾਂ ਨੂੰ ਜ਼ਰੂਰ ਝਟਕ ਕੇ ਹਟਾਉਣਾ ਚਾਹੀਦਾ ਹੈ। ਪਰ ਜਿੱਥੇ ਧਾਰਮਿਕ ਤੌਰ ਦੇ ਉੱਪਰ ਆਪਣੇ ਜੀਵਨ ਨੂੰ ਕਿਸੇ ਇੱਕ ਪਾਸੇ ਢਾਲਣ ਦੀ ਗੱਲ ਆ, ਉੱਥੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਅਲਾਓ ਕਰਨਾ ਚਾਹੀਦਾ ਹੈ ਵੀ ਤੁਸੀਂ ਵੇਖੋ ਤੁਹਾਨੂੰ ਕਿਹੜਾ ਚੰਗਾ ਲੱਗਦਾ, ਜਿਹੜਾ ਚੰਗਾ ਲੱਗਦਾ ਤੁਸੀਂ ਉਸ ਨੂੰ ਸਵੀਕਾਰ ਕਰ ਲਓ। ਮੈਚਿਓਰਿਟੀ ਦੀ ਏਜ ਇੱਕ ਹੁਣ ਆਪਣੇ ਇੰਡੀਆ ਦੇ ਵਿੱਚ ਰੱਖੀ ਗਈ ਹੈ ਜੀ, ਮੇਰਾ ਖਿਆਲ ਹੈ 18 ਸਾਲ ਦਾ ਬੰਦਾ ਵੋਟ ਪਾ ਸਕਦਾ ਹੈ ਨਾ, ਤੇ 18 ਸਾਲ ਜਾ ਕੇ ਮੇਰਾ ਖਿਆਲ ਡਰਾਈਵਿੰਗ ਲਾਇਸੈਂਸ ਬਣਦਾ ਜੀ, ਹੈ ਨਾ। ਉਸ ਤੋਂ ਬਾਅਦ ਵਿੱਚ 18 ਤੋਂ 20 ਸਾਲ ਮੇਰਾ ਖਿਆਲ ਮੈਰਿਜ ਏਜ ਰੱਖੀ ਗਈ ਆ, ਉਸ ਤੋਂ ਪਹਿਲਾਂ ਬਾਲਗ ਮੰਨਿਆ ਜਾਂਦਾ ਆ। ਤਾਂ ਇੱਕ ਵਿਕਸਿਤ ਏਜ ਮਨੁੱਖ ਦੀ ਹੋਣੀ ਚਾਹੀਦੀ ਆ। ਜੇ ਨਹੀਂ ਵੀ ਹੁੰਦੀ ਤਾਂ ਜਿੱਥੇ ਜਾ ਕੇ ਅਸੀਂ ਬੇਸ਼ੱਕ ਉਸ ਤੋਂ ਪਹਿਲਾਂ ਸਮਝਦਾਰ ਹੋ ਗਏ ਆ, ਹੈ ਨਾ, ਛੋਟੇ ਆ ਉਮਰ 'ਚ, ਤਾਂ ਵੀ ਸਾਨੂੰ ਸਮਝ ਆ ਚੁੱਕੀ ਹੈ। ਕਈ ਬੱਚੇ ਬੜੇ ਇੰਟੈਲੀਜੈਂਟ ਹੁੰਦੇ ਆ, ਤਾਂ ਇੰਡੀਪੈਂਡੈਂਟ ਹੋਣੇ ਚਾਹੀਦੇ ਆ ਕਿਸੇ ਵੀ ਏਜ ਵਿੱਚ। ਹੁਣ ਬਾਬਾ ਅਮਰਦਾਸ 62 ਸਾਲ ਦੀ ਉਮਰ ਦਾ ਅਧਖੜ ਉਮਰ ਨੂੰ ਪਾਰ ਕਰ ਚੁੱਕੇ ਆ, ਉਹ ਹਿੰਦੂਇਜ਼ਮ ਦੇ ਸਾਰੇ ਕਰਮਾਂ ਨੂੰ ਨਿਭਾਉਂਦੇ ਆ ਰਹੇ ਨੇ। ਪਰ ਉੱਥੇ ਜਾ ਕੇ ਉਹਨਾਂ ਦੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਆ ਜਾਂਦਾ, ਉੱਥੇ ਜਾ ਕੇ ਉਹ ਬਦਲ ਕੇ ਇੱਕ ਸਿੱਖ ਧਰਮ ਨੂੰ ਧਾਰਨ ਕਰਦੇ ਆ। ਆਪਣੀ ਪੂਰੀ ਜ਼ਿੰਦਗੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਜਿੱਥੋਂ ਤੁਹਾਨੂੰ ਚੰਗਾ ਮਿਲਦਾ ਤੁਹਾਨੂੰ ਲੈ ਲੈਣਾ ਚਾਹੀਦਾ ਹੈ, ਠੀਕ ਹੈ ਜੀ। ਨਰਸਰੀ ਦਾ ਬੱਚਾ ਆਪਾਂ ਜਦੋਂ ਸਕੂਲ 'ਚ ਉਹਨੂੰ ਐਡਮਿਸ਼ਨ ਦਿਵਾਉਂਦੇ ਹਾਂ, ਆਪਾਂ ਉਹਦੇ ਨਾਮ ਦੇ ਨਾਲ ਇੱਕ ਸਰਨੇਮ ਆਪਣਾ ਦੇ ਦਿੰਦੇ ਹਾਂ। ਨਰਸਰੀ ਦਾ ਬੱਚਾ 5 ਸਾਲ ਦਾ 4 ਸਾਲ ਦਾ ਉਹਨੂੰ ਕਰਵਾਇਆ ਉਹਦੇ ਐਡਮਿਸ਼ਨ, ਆਪਾਂ ਉਹਨੂੰ ਸਰਨੇਮ ਦੇਤਾ, ਉਹ ਪੂਰੀ ਲਾਈਫ ਉਹਦੇ ਨਾਲ ਚੱਲਣਾ। ਉਹ ਸਰਨੇਮ ਜਾਤ ਪਾਤ ਦਾ ਭੇਦਭਾਵ ਉਹਦੇ ਨਾਲ ਪੂਰੀ ਲਾਈਫ ਹੋਣਾ। ਤੁਸੀਂ ਕੀ ਸੋਚਦੇ ਹੋ ਵੀ ਇਹ ਸਰਨੇਮ ਹੋਣੇ ਚਾਹੀਦੇ ਆ? ਆਪਾਂ ਕਾਸਟ ਆਪਣੀ ਨਾਲ ਲਾਤੀ, ਗੋਤ ਲਾਤਾ, ਬਰਾੜ ਲਾਤਾ, ਢਿੱਲੋਂ ਲਾਤਾ, ਹਿੰਦੂ ਹੈ ਤਾਂ ਕੁਮਾਰ ਲੱਗ ਗਿਆ, ਕੁਮਾਰੀ ਲੱਗ ਗਿਆ। ਤੁਸੀਂ ਕੀ ਸੋਚਦੇ ਹੋ ਇਹ ਹੋਣਾ ਚਾਹੀਦਾ? ਨਹੀਂ, ਦੇਖੋ ਜਦੋਂ ਸਭ ਤੋਂ ਵੱਡਾ ਧਰਮ ਇਨਸਾਨੀਅਤ ਮੰਨਿਆ ਗਿਆ ਤਾਂ ਇਹ ਭੇਦਭਾਵ ਤਾਂ ਆਪਾਂ ਪਹਿਲੇ ਦਿਨ ਤੋਂ ਸ਼ੁਰੂ ਕਰਵਾਤੇ ਨਾ। ਆਪਣੇ ਮੈਂ ਇਸ ਮੁਲਕ ਦੀ ਗੱਲ ਕਰਾਂ ਤਾਂ ਇਸ ਮੁਲਕ ਦੇ ਵਿੱਚ ਜਿਹੜਾ ਸੰਵਿਧਾਨ ਬਣਿਆ ਹੋਇਆ, ਉਸ ਸੰਵਿਧਾਨ ਦੇ ਉੱਪਰ ਮਨੁ ਸਿਮਰਤੀ ਦਾ ਪੂਰਾ ਪ੍ਰਭਾਵ ਆ। ਉਹਦੇ ਅਧੀਨ ਸਾਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਜ਼ਾਤ ਪਾਤ ਦੇ ਅਧੀਨ। ਮੈਂ ਜੇ ਗਰੀਬ ਆ ਮੈਨੂੰ ਤਾਂ ਸਹੂਲਤ ਨਹੀਂ ਮਿਲਣੀ, ਜੇ ਮੇਰੀ ਜ਼ਾਤ ਛੋਟੀ ਹੈ ਮੈਨੂੰ ਤਾਂ ਸਹੂਲਤ ਮਿਲਣੀ ਹੈ। ਬਿਲਕੁਲ, ਹੈ ਨਾ। ਮੈਂ ਜਾਣਦਾ ਸਾਡੇ ਆਪਣੇ ਆਲੇ ਦੁਆਲੇ ਦੇ ਵਿੱਚ ਕਈ ਜਰਨਲ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਨੂੰ ਉੱਚੀ ਜ਼ਾਤੀ ਮੰਨਿਆ ਜਾਂਦਾ, ਬੜੇ ਗਰੀਬ ਬੰਦੇ ਆ, ਪਰ ਕਈ ਛੋਟੀਆਂ ਜ਼ਾਤਾਂ ਵਿੱਚੋਂ ਬਾਪੂ ਸਰਕਾਰੀ ਜੌਬ 'ਤੇ ਆ, ਉਹਦੀ ਵਾਈਫ ਸਰਕਾਰੀ ਜੌਬ 'ਤੇ ਆ, ਬੱਚੇ ਸਰਕਾਰੀ ਜੌਬ 'ਤੇ ਨੇ, ਬੱਚੇ ਦੀ ਵਾਈਫ ਸਰਕਾਰੀ ਜੌਬ 'ਤੇ ਆ, ਤੇ ਛੋਟੀ ਜ਼ਾਤੀ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਬਿਜਲੀ ਫਰੀ, ਜੇ ਫਰੀ, ਉਹ ਫਰੀ, ਉਹ ਵੀ ਲੈ ਰਹੇ ਨੇ, ਜਿਨ੍ਹਾਂ ਦੀ ਇਨਕਮ ਲੱਖਾਂ ਦੇ ਵਿੱਚ ਆ। ਤੇ ਉਹਦੇ ਮੁਕਾਬਲੇ ਦੇ ਉੱਪਰ ਜਿਹੜਾ ਇੱਕ ਬੰਦਾ ਗਰੀਬ ਆ, ਜ਼ਾਤੀ ਵੱਡੀ ਆ, ਉਹਨੂੰ ਵਿਚਾਰੇ ਨੂੰ ਕੋਈ ਸਹੂਲਤ ਨਹੀਂ।
ਸੋ ਸਾਡੇ ਮੁਲਕ ਦਾ ਵਿਧੀ ਵਿਧਾਨ ਇਵੇਂ ਦਾ ਆ, ਇਹਨੂੰ ਚੇਂਜ ਕੀਤਾ ਜਾਣਾ ਚਾਹੀਦਾ ਆ। ਅਸੀਂ ਸਭ ਤੋਂ ਪਹਿਲੀ ਗੱਲ ਤਾਂ ਜ਼ਾਤਾਂ ਪਾਤਾਂ ਦੇ ਜੰਜਾਲ ਚੋਂ ਨਿਕਲਣਾ ਪਏਗਾ, ਹੈ ਨਾ। ਮਨੁੱਖਤਾ ਸਾਰੀ ਇੱਕੋ ਹੀ ਆ, ਕੋਈ ਜ਼ਾਤ ਪਾਤ ਨਹੀਂ ਹੈ ਇੱਥੇ ਜੇ ਲੋੜਵੰਦ ਹੈਗਾ ਤਾਂ ਉਹਦੀ ਸਹਾਇਤਾ ਸਾਨੂੰ ਕਰਨੀ ਬਣਦੀ ਹੈ। ਜਿਹੜਾ ਸਮਰੱਥ ਹੈਗਾ ਉਹ ਕਿਸੇ ਵੀ ਖਿੱਤੇ ਦੇ ਵਿੱਚੋਂ ਆ, ਉਹਨੂੰ ਦਿਲ ਖੋਲ੍ਹ ਕੇ ਆਪਣੇ ਲੋਕਾਂ ਦੀ ਸਹਾਇਤਾ ਵਾਸਤੇ ਅੱਗੇ ਆਉਣਾ ਚਾਹੀਦਾ ਆ। ਬੱਚਿਆਂ ਦੇ ਨਾਮ ਨਾਲ ਜਿਹੜਾ ਸਿੰਘ ਤੇ ਕੌਰ ਸ਼ਬਦ ਆ, ਹੁਣ ਮੈਂ ਸਿੱਖਾਂ ਵਿੱਚੋਂ ਗੱਲ ਕਰਾਂ, ਸ਼ਾਇਦ ਮੇਰੇ ਇਸ ਜਵਾਬ ਦੇ ਉੱਪਰ ਵਿਵਾਦ ਖੜਾ ਹੋ ਜਾਏ, ਪਰ ਮੈਂ ਸਾਡੀ ਕਮਿਊਨਿਟੀ ਨੂੰ ਬੇਨਤੀ ਕਰਾਂਗਾ ਵੀ ਮੇਰੀ ਇੱਕ ਨਿੱਜੀ ਰਾਏ ਆ, ਹੱਥ ਜੋੜ ਕੇ ਮੈਂ ਬੇਨਤੀ ਕਰਦਾ, ਸਿੰਘ ਤੇ ਕੌਰ ਸ਼ਬਦ ਆ ਜਿਹੜਾ ਸਾਨੂੰ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਉਸ ਵੇਲੇ ਦਿੱਤਾ ਗਿਆ ਜਦੋਂ ਧਰਮ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਨਹੀਂ ਸੀ ਦਿੱਤਾ ਗਿਆ। ਇਸ ਲਈ ਇਹ ਸ਼ਬਦ ਅੱਜ ਦੇ ਸਮੇਂ ਵੀ ਰਾਖਵਾਂ ਸ਼ਬਦ ਹੋਣਾ ਚਾਹੀਦਾ। ਸਿੰਘ ਤੇ ਕੌਰ ਉਹਨਾਂ ਲਈ ਜਿਨ੍ਹਾਂ ਨੇ ਧਰਮ ਧਾਰਨ ਕੀਤਾ ਹੋਇਆ, ਜਿਨ੍ਹਾਂ ਨੇ ਨਹੀਂ ਧਾਰਨ ਕੀਤਾ ਉਹਨਾਂ 'ਤੇ ਸਾਡੇ ਧਰਮ ਦੇ ਲੋਕਾਂ ਨੂੰ ਗੌਰ ਕਰਨੀ ਚਾਹੀਦੀ ਆ ਬਈ ਅਸੀਂ ਉਹਨਾਂ ਲਈ ਇਹ ਰਾਖਵਾਂ ਸ਼ਬਦ ਦਈਏ ਜਾਂ ਨਾ ਦਈਏ। ਜਦੋਂ ਧਰਮ ਧਾਰਨ ਕਰਦਾ ਆ ਉਦੋਂ ਤੁਸੀਂ ਉਹ ਸ਼ਬਦ ਦੇ ਸਕਦੇ ਹੋ। ਉਸ ਤੋਂ ਪਹਿਲਾਂ ਜਦੋਂ ਧਰਮ ਧਾਰਨ ਹੀ ਨਹੀਂ ਕੀਤਾ ਤਾਂ ਅਸੀਂ ਇੱਕ ਪਰਟੀਕੂਲਰ ਧਰਮ ਦਾ ਨਾਮ ਉਸ ਦੇ ਨਾਮ ਨਾਲ ਨਾ ਲਈਏ, ਤਾਂ ਕਿ ਬੱਚੇ ਦੇ ਉੱਪਰ ਉਹ ਚੀਜ਼ ਦਾ ਪ੍ਰਭਾਵ ਨਾ ਪਵੇ, ਉਹਨੂੰ ਸੋਚਣ ਤੇ ਸਮਝਣ ਦਾ ਸਮਾਂ ਮਿਲੇ ਵੀ ਮੇਰੀ ਫੈਮਿਲੀ ਸਿੱਖ ਫੈਮਿਲੀ ਆ, ਸਾਡੀ ਬਲੀਫ ਇਹ ਆ, ਗੁਰਬਾਣੀ ਆਹ ਕਹਿੰਦੀ ਆ, ਬਾਕੀ ਧਰਮ ਇਹ ਕਹਿੰਦੇ ਨੇ, ਉਹਨਾਂ ਦਾ ਕੰਪੈਰੀਜ਼ਨ ਕਰੇ ਤੇ ਜੋ ਉਹਨੂੰ ਚੰਗਾ ਲੱਗੇ ਉਹਨੂੰ ਉਹ ਧਾਰਨ ਕਰ ਲਵੇ। ਠੀਕ ਹੈ ਨਾ ਜੀ। ਇਸ ਰੂਪ ਦੇ ਵਿੱਚ ਸਾਨੂੰ ਹੋਣਾ ਚਾਹੀਦਾ, ਮੈਨੂੰ ਲੱਗਦਾ ਇਦਾਂ ਹੋਣਾ ਚਾਹੀਦਾ ਆ। ਜਸਿੰਦਰ ਜੀ, ਇਹ ਧਰਮ ਪਰਿਵਰਤਨ ਦਾ ਬੜਾ ਚੱਲ ਰਿਹਾ ਅੱਜ ਕੱਲ੍ਹ ਪੰਜਾਬ ਦੇ ਵਿੱਚ, ਚਾਹੇ ਕਿਤੇ ਵੀ ਲਾ ਲਓ, ਪੂਰੇ ਇੰਡੀਆ ਦੇ ਵਿੱਚ ਹੀ ਚੱਲ ਰਿਹਾ ਕਿ ਧਰਮ ਪ੍ਰਚਾਰਕ ਜਾਂਦੇ ਆ, ਧਰਮ ਪਰਿਵਰਤਨ ਕਰਵਾ ਦਿੱਤਾ ਜਾਂਦਾ ਹੈ। ਜਿੰਨਾ ਗਰੀਬ ਤਬਕਾ ਸੀ ਉਹ ਮੋਸਟਲੀ ਹੁਣ ਉਹ ਕ੍ਰਿਸਚਨ ਹੋ ਗਿਆ ਪੰਜਾਬ ਦੇ ਵਿੱਚ, ਜੀ ਪਿੰਡਾਂ ਦੇ ਪਿੰਡ ਚੇਂਜ ਹੋ ਗਏ ਨੇ। ਉਹਦੀ ਜ਼ਰੂਰਤ ਕੀ ਪੈ ਰਹੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਕੀ ਰਿਹਾ ਉਸ ਚੀਜ਼ ਨਾਲ? ਅਗਰ ਉਹ ਚੇਂਜ ਕਰ ਰਹੇ ਨੇ, ਮੰਨ ਲਓ ਸਾਰੀ ਜ਼ਿੰਦਗੀ ਸਿੱਖ ਰਹੇ ਤੇ ਸਿੱਖ ਕਮਿਊਨਿਟੀ ਉਹਨਾਂ ਨੂੰ ਕੁਝ ਦਿੱਤਾ ਨਹੀਂ ਜਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਕੀਤਾ, ਉਹ ਤਾਂ ਜਾ ਕੇ ਕ੍ਰਿਸਚਨ ਹੋ ਗਏ, ਜਾਂ ਕ੍ਰਿਸਚਨ ਵਾਲਿਆਂ ਨੇ ਕੁਝ ਐਸਾ ਉਹਨਾਂ ਨੂੰ ਦੇ ਦਿੱਤਾ ਕਿ ਉਹਨਾਂ ਨੇ ਆਪਣੇ ਪੈਰ ਛੱਡਤੇ? ਦੇਖੋ ਜੀ, ਇੱਕ ਹੁੰਦਾ ਸਾਡਾ ਆਰਥਿਕ ਜੀਵਨ, ਇੱਕ ਹੁੰਦੀਆਂ ਸਾਡੀਆਂ ਸਰੀਰਕ ਲੋੜਾਂ, ਤੇ ਜਿਹੜਾ ਗਰੀਬ ਤਬਕਾ ਆ, ਠੀਕ ਹੈ, ਸਾਡੀ ਜਿਹੜੀ ਵੰਡ ਆ ਉਹ ਸਾਂਵੀ ਹੈ ਨਹੀਂ ਇੰਡੀਆ ਦੇ ਵਿੱਚ। ਇੱਥੇ ਲੋੜਵੰਦ ਨੂੰ ਛੱਡ ਦਿੱਤਾ ਜਾਂਦਾ, ਦੂਜਿਆਂ ਨੂੰ ਲੈ ਲਿਆ ਜਾਂਦਾ। ਪਹਿਲਾਂ ਆਪਾਂ ਗੱਲ ਕਰ ਲਈਏ, ਧਰਮ ਨੇ ਕੀ ਕਰਨਾ ਸੀ? ਸਾਰਿਆਂ ਨੂੰ ਬਰਾਬਰ ਰੱਖਣਾ ਸੀ, ਤੇ ਉਸ ਬਰਾਬਰਤਾ ਦੇ ਵਿੱਚ ਧਰਮ ਨੇ ਸਮਾਜਿਕ ਜੀਵਨ ਬਿਹਤਰ ਬਣਾਉਣ ਵਾਸਤੇ ਆਪਣਾ ਰੋਲ ਅਦਾ ਕਰਨਾ ਸੀ। ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ, ਸਿੱਖ ਬਹੁ ਗਿਣਤੀ, ਤੇ ਸਭ ਤੋਂ ਵੱਡਾ ਧਰਮ ਸਿੱਖ ਧਰਮ ਆ। ਸਭ ਤੋਂ ਵੱਧ ਧਰਮ ਸਥਾਨ ਸਿੱਖਾਂ ਦੇ ਨੇ। ਕ੍ਰਿਸਚਨ ਲੋਕਾਂ ਨੇ, ਮੈਂ ਤੁਹਾਨੂੰ ਆਪਣੇ ਨਾਲ ਵਾਪਰੀ ਘਟਨਾ ਦੱਸਦਾ, ਮੈਂ ਇਲਾਕੇ ਦਾ ਨਾਮ ਗੁਪਤ ਰੱਖ ਰਿਹਾ। ਇਲਾਕਾ ਉਹ ਹੈ ਜੀ ਜਿੱਥੇ ਸਭ ਤੋਂ ਵੱਧ ਪ੍ਰਭਾਵ ਮਿਸ਼ਨਰੀ ਪ੍ਰਚਾਰਕਾਂ ਦਾ ਆ। ਉੱਥੋਂ ਦਾ ਮੈਨੂੰ ਇੱਕ ਗੁਰਦੁਆਰੇ ਦਾ ਗ੍ਰੰਥੀ ਸਿੰਘ ਮਿਲਿਆ, ਮੈਨੂੰ ਕਹਿਣ ਲੱਗਿਆ, ਕਹਿੰਦਾ ਗਿਆਨੀ ਜੀ ਬੈਠੋ 2 ਮਿੰਟ ਗੱਲ ਕਰਨੀ ਹੈ। ਮੈਂ ਕਿਹਾ ਚਲੋ ਦੱਸੋ। ਚਲਦੀਆਂ ਗੱਲਾਂ 'ਚ ਉਹਨੇ ਗੱਲ ਕੀਤੀ, ਕਹਿੰਦਾ ਮੇਰੀ ਵਾਈਫ ਨੂੰ ਕੈਂਸਰ ਆ ਅਤੇ ਉਹਦਾ ਟ੍ਰੀਟਮੈਂਟ ਪ੍ਰਾਈਵੇਟ ਮੈਂ ਕਰਵਾ ਰਿਹਾ ਹਾਂ ਅਤੇ ਖਰਚ ਬਹੁਤ ਜ਼ਿਆਦਾ ਆ ਰਿਹਾ। ਮੈਂ ਕਿਹਾ ਫਿਰ? ਕਹਿੰਦਾ ਮੇਰੀ ਕਿਸੇ ਸੰਸਥਾ ਨੇ ਹੈਲਪ ਨਹੀਂ ਕੀਤੀ। ਅਖੀਰ ਜਲੰਧਰ ਤੋਂ ਇੱਕ ਪਾਸਟਰ ਦੇ ਕੋਲ ਸਾਡੇ ਇਲਾਕੇ ਦੇ ਲੋਕ ਜਾਂਦੇ ਸੀ, ਬੱਸ ਜਾਂਦੀ ਸੀ, ਉਹਨਾਂ ਨੇ ਮੇਰੀ ਸਮੱਸਿਆ ਦੇਖ ਕੇ ਉੱਥੇ ਰੱਖੀ। ਉਹ ਚੱਲ ਕੇ ਉੱਥੋਂ ਕਹਿੰਦਾ 200-250 ਕਿਲੋਮੀਟਰ ਮੇਰੇ ਕੋਲ ਆਏ ਅਤੇ ਕਹਿੰਦਾ ਮੈਨੂੰ ਕਹਿੰਦੇ ਵੀ ਤੂੰ ਗੁਰਦੁਆਰੇ ਜੋਬ ਕਰ, ਤੂੰ ਉਹਦਾ ਸਿੱਖ ਬਣਿਆ ਰਹਿ, ਤੇਰੀ ਵਾਈਫ ਦੇ ਵੀ ਕਿਰਪਾਨ ਕਛਹਿਰਾ ਪਵਾਈ ਰੱਖ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇੱਕ ਕ੍ਰਾਸ ਪਵਾ ਦੇ ਗਲ 'ਚ ਆਪਣੀ ਵਾਈਫ ਦੇ, ਤੂੰ ਨਾ ਪਾ, ਤੂੰ ਆਪਣੀ ਜੋਬ ਕਰੀ ਚੱਲ। ਅਤੇ ਕਹਿੰਦਾ ਮੈਂ ਕਿਹਾ ਮੈਨੂੰ ਕੀ ਮਿਲੂ? ਕਹਿੰਦੇ ਅਸੀਂ ਇਲਾਜ ਕਰਾ ਦਿੰਦੇ ਹਾਂ। ਅਤੇ ਉਹ ਕਹਿੰਦਾ ਮੈਂ ਸੋਚਿਆ ਬੜਾ, ਕਈ ਦਿਨ ਵੀ ਉਹਨੂੰ ਸਮਾਂ ਦਿਓ, ਗੱਲਾਂ ਬਾਤਾਂ ਕੀਤੀਆਂ, ਰਾਏ ਤਾਂ ਕਹਿੰਦਾ ਮੈਨੂੰ ਹਰ ਕੋਈ ਦੇਵੇ, ਪਰ ਸਹਾਇਤਾ ਮੇਰੀ ਕੋਈ ਨਾ ਕਰੇ। ਕੇਵਲ ਦਿਲਾਸੇ ਨਾਲ, ਕੇਵਲ ਰਾਏ ਨਾਲ ਬਿਮਾਰ ਬੰਦਾ ਤਾਂ ਠੀਕ ਨਹੀਂ ਹੋਣਾ। ਅਤੇ ਫਿਰ ਕਹਿੰਦਾ ਮੈਨੂੰ ਜਿੱਥੋਂ ਮਿਲਿਆ ਸਹਿਯੋਗ ਮੈਂ ਉਸ ਪਾਸੇ ਮੂੰਹ ਕਰ ਲਿਆ। ਮੇਰਾ ਇਹ ਜਵਾਬ ਸੁਣ ਕੇ ਕਈ ਲੋਕ ਕਹਿਣਗੇ ਵੀ ਉਹ ਗਿਰਿਆ ਹੋਇਆ ਜੀ, ਇਹ ਆ ਉਹ ਆ। ਇਹ ਸਾਰੇ ਉਹ ਕਹਿਣਗੇ ਜਿਹੜੇ ਸਹਾਇਤਾ ਨਹੀਂ ਕਰ ਸਕਦੇ। ਕਮਿਊਨਿਟੀ ਦੇ ਵਿੱਚ ਧਰਮ ਪਰਿਵਰਤਨ ਉਦੋਂ ਹੁੰਦਾ ਆ ਜਦੋਂ ਅਸੀਂ ਕਿਸੇ ਵੀ ਕਮਿਊਨਿਟੀ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇ ਪਾਉਂਦੇ ਹਾਂ। ਆਪਾਂ ਪਹਿਲੀ ਇੰਟਰਵਿਊ 'ਚ ਗੱਲ ਇਹ ਕੀਤੀ ਸੀ ਬਈ ਸਾਡੇ ਸਿੱਖਾਂ ਦੇ ਵਿੱਚ ਦਵਾਖਾਨੇ ਹੁੰਦੇ ਸੀ ਜਿਨ੍ਹਾਂ ਨੂੰ ਅੱਜ ਦੇ ਸਮੇਂ ਹਸਪਤਾਲਾਂ ਤੇ ਮੈਡੀਕਲ ਸਟੋਰਾਂ 'ਚ ਤਬਦੀਲ ਕਰਨ ਦੀ ਲੋੜ ਹੈਗੀ ਆ। ਲੁਧਿਆਣੇ ਇੱਕ ਗੁਰਮੁਖ ਨੇ ਉਹ ਗੁਰੂ ਨਾਨਕ ਮੋਦੀਖਾਨਾ ਸ਼ੁਰੂ ਕੀਤਾ ਹੈ ਨਾ, ਉਹ ਚੰਗੀ ਸ਼ੁਰੂਆਤ ਹੈ। ਇੱਕ ਥਾਂ ਥਾਂ 'ਤੇ ਬਣਨੇ ਚਾਹੀਦੇ ਆ। ਮੈਂ ਨਹੀਂ ਕਹਿੰਦਾ ਇਕੱਲੇ ਸਿੱਖਾਂ 'ਚ, ਹਰ ਇੱਕ ਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਹ ਕੀਤਾ ਜਾਵੇ। ਤਾਂ ਜਿੱਥੋਂ ਕਿਸੇ ਦੀ ਲੋੜ ਪੂਰੀ ਹੋਏਗੀ, ਕੁਦਰਤੀ ਉਸ ਦਾ ਝੁਕਾਅ ਉਸ ਪਾਸੇ ਹੋਏਗਾ। ਜੇ ਸਾਡਾ ਆਹ ਜੀਵਨ ਧਰਮ ਨਹੀਂ ਸਵਾਰ ਰਿਹਾ
ਹੈ ਨਾ। ਮੇਰੀ ਇਹ ਗੱਲ ਕਈ ਦਰਸ਼ਕਾਂ ਨੂੰ ਕੌੜੀ ਲੱਗ ਸਕਦੀ ਆ, ਜੇ ਆਹ ਜੀਵਨ ਸਾਡਾ ਧਰਮ ਨਹੀਂ ਸਵਾਰ ਰਿਹਾ ਤਾਂ ਸਾਨੂੰ ਕੀ ਗਾਰੰਟੀ ਹੈ ਵੀ ਸਾਡਾ ਅੱਗਾ ਵੀ ਸਵਰ ਜਾਏਗਾ। ਤਾਂ ਕੁਦਰਤੀ ਹੈ ਵੀ ਜਿਨ੍ਹਾਂ ਦਾ ਆਹ ਜੀਵਨ ਕਿਸੇ ਧਰਮ ਨਾਲ ਜੁੜ ਕੇ ਸਵਰਦਾ ਆ, ਉਹਨਾਂ ਦਾ ਝੁਕਾਅ ਉਸ ਪਾਸੇ ਹੋ ਜਾਂਦਾ। ਹਾਂ, ਸਾਡੇ ਲੋਕਾਂ ਨੂੰ ਪੰਜਾਬ ਦੇ ਵਿੱਚ ਮੈਂ ਬੇਨਤੀ ਕਰਾਂਗਾ, ਸਾਡੀ ਕੌਮ ਦੇ ਆਗੂਆਂ ਨੂੰ, ਪ੍ਰਚਾਰਕਾਂ ਨੂੰ, ਸੰਸਥਾਵਾਂ ਨੂੰ, ਬਈ ਬਹੁਤ ਵੱਡੀ ਪੱਧਰ ਦੇ ਉੱਪਰ ਧਰਮ ਪਰਿਵਰਤਨ ਪੰਜਾਬ ਵਿੱਚ ਹੋ ਰਿਹਾ ਵਾ। ਦੁਆਬੇ ਵਿੱਚ ਵੱਡੀ ਪੱਧਰ ਤੇ ਹੋ ਰਿਹਾ, ਮਾਲਵੇ ਦੇ ਵਿੱਚ ਪੈਰ ਪਸਾਰੇ ਜਾ ਚੁੱਕੇ ਆ, ਸੈਂਟਰ ਬਣ ਚੁੱਕੇ ਹੋਏ ਨੇ। ਕਈ ਚੀਜ਼ਾਂ ਜਿਹੜੀਆਂ ਵਿੱਚ ਮੈਂ ਜਾ ਕੇ ਵੇਖੀਆਂ ਨੇ, ਮੈਂ ਲੋਕਾਂ ਨੂੰ ਮਿਲਿਆ ਵਾਂ, ਤਾਂ ਉਹ ਬਹੁਤ ਹੈਰਾਨ ਕਰਨ ਵਾਲਾ ਆ। ਤਾਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਆ, ਜੇ ਉਹ ਚਾਹੁੰਦੇ ਨੇ ਵੀ ਧਰਮ ਦਾ ਪ੍ਰਚਾਰ ਹੋਵੇ। ਠੀਕ ਹੈ, ਜੇ ਈਸਾਈ ਲੋਕ ਇੱਥੇ ਆ ਕੇ ਪ੍ਰਚਾਰ ਕਰਦੇ ਤਾਂ ਸਾਡੇ ਸਿੱਖ ਭਰਾ ਵਿਦੇਸ਼ਾਂ ਵਿੱਚ ਈਸਾਈਆਂ ਦੇ ਮੁਲਕਾਂ ਵਿੱਚ ਜਾ ਕੇ ਵੀ ਪ੍ਰਚਾਰ ਕਰਦੇ ਨੇ। ਉਹ ਚੀਜ਼ ਸਾਨੂੰ ਵੇਖਣੀ ਪੈਣੀ ਹੈ, ਪਰ ਬੁਨਿਆਦੀ ਸਹੂਲਤਾਂ ਸਾਨੂੰ ਉਹਨਾਂ ਲੋਕਾਂ ਨੂੰ ਦੇਣੀਆਂ ਪੈਣਗੀਆਂ ਜੇ ਅਸੀਂ ਚਾਹੁੰਦੇ ਹਾਂ ਧਰਮ ਦਾ ਪ੍ਰਚਾਰ ਹੋਵੇ। ਕੇਵਲ ਸਟੇਜਾਂ ਤੋਂ ਕਥਾ ਕਰਕੇ, ਕੀਰਤਨ ਕਰਕੇ ਉਹਨਾਂ ਪ੍ਰਚਾਰ ਨਹੀਂ ਹੋਣਾ ਜਿੰਨਾ ਅਸੀਂ ਬੁਨਿਆਦੀ ਸਹੂਲਤਾਂ ਦੇ ਕੇ ਕਰ ਸਕਦੇ। ਪਰਿਵਰਤਨ ਦਾ ਕਾਰਨ ਹੈ ਜੀ ਜ਼ਰੂਰਤ, ਲੋੜ। ਜਿੱਥੋਂ ਕਿਸੇ ਦੀ ਹੁੰਦੀ ਆ ਉਹ ਫਿਰ ਉਸ ਪਾਸੇ ਨੂੰ ਝੁਕਾ ਕਰ ਲੈਂਦੇ ਨੇ। ਸੁਰਿੰਦਰ ਜੀ, ਗੱਲਾਂ ਤਾਂ ਬਹੁਤ ਕਰਨੀਆਂ ਸੀ, ਹਲੇ ਬੜੇ ਸਵਾਲ ਹਲੇ ਮਨ 'ਚ ਰਹਿ ਗਏ ਨੇ, ਪਰ ਕੋਈ ਗੱਲ ਇੱਕ ਲਿਮਿਟ ਹੁੰਦੀ ਹੈ ਇੱਕ ਬਿਲਕੁਲ ਸ਼ੋਅ ਦੀ, ਹੈ ਨਾ। ਤੇ ਇਹ ਆਪਾਂ ਨੂੰ ਇੱਥੇ ਹੀ ਅੱਜ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ। ਬਟ ਇਹ ਸਵਾਲ ਮੈਂ ਜਾਣ ਤੋਂ ਪਹਿਲਾਂ ਕਹਿਣਾ ਚਾਹੂੰਗਾ ਕਿ ਕੋਈ ਸਕ੍ਰਿਪਟਡ ਨਹੀਂ ਸੀ, ਕੋਈ ਕੁਝ ਨਹੀਂ ਸੀ, ਇਹ ਮੇਰੇ ਨਿੱਜੀ ਸਵਾਲ ਸੀ ਜੋ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ। ਬਸ ਫਰਕ ਇੰਨਾ ਕਿ ਅਸੀਂ ਔਨ ਕੈਮਰਾ ਪੁੱਛ ਲਏ ਆ। ਤੇ ਮਿਲ ਕੇ ਤੁਹਾਨੂੰ ਬਹੁਤ ਬਹੁਤ ਚੰਗਾ ਲੱਗਾ। ਅਗਰ ਜਾਂਦੀ ਵਾਰੀ ਤੁਸੀਂ ਇਨ ਬਰੀਫ ਤੁਸੀਂ ਧਰਮ ਦੇ ਬਾਰੇ, ਇੱਕ ਯੂਥ ਨੂੰ ਧਰਮ ਨੂੰ ਕਿਵੇਂ ਲੈਣਾ ਚਾਹੀਦਾ ਹੈ, ਕੱਟੜਤਾ ਰੱਖਣੀ ਚਾਹੀਦੀ ਹੈ ਜਾਂ ਨਹੀਂ ਰੱਖਣੀ ਚਾਹੀਦੀ, ਜਾਂ ਇੱਕ ਕਿਸੇ ਗੱਲ ਤੇ ਅਗਰ ਤੁਹਾਨੂੰ ਕਿੰਤੂ ਲੱਗਦਾ, ਕਿਸੇ ਗੱਲ ਤੇ ਤੁਹਾਨੂੰ ਡਾਊਟ ਹੁੰਦਾ ਕਿ ਮੇਰਾ ਧਰਮ ਇਹ ਕਹਿ ਰਿਹਾ ਬਟ ਇਹ ਗੱਲ ਮੈਨੂੰ ਸਹੀ ਨਹੀਂ ਲੱਗਦੀ, ਇਹ ਡਾਊਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਇਨ ਬਰੀਫ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂ, ਦੇਖੋ ਜੀ, ਜਿਹੜੀ ਕਿੰਤੂ ਦੀ ਗੱਲ ਆ ਉੱਥੇ ਤਾਂ ਕਿੰਤੂ ਗੱਲ ਹੋਰ ਹੁੰਦੀ ਹੈ ਤੇ ਸਮਝਣਾ ਗੱਲ ਹੋਰ ਹੁੰਦੀ ਹੈ। ਸਾਡੀ ਸਮਝ ਵਿੱਚ ਘਾਟ ਹੋ ਸਕਦੀ ਹੈ। ਜੇ ਮੈਨੂੰ ਕਿਸੇ ਥਾਂ ਤੇ ਲੱਗ ਰਿਹਾ ਵੀ ਆਹ ਗੱਲ ਠੀਕ ਨਹੀਂ ਆ ਤਾਂ ਮੈਨੂੰ ਕਿਸੇ ਨਾਲ ਡਿਸਕਸ ਕਰ ਲੈਣੀ ਚਾਹੀਦੀ ਆ ਵੀ ਸ਼ਾਇਦ ਮੈਨੂੰ ਉਹ ਗੱਲ ਸਮਝ ਨਾ ਹੀ ਹੋਵੇ, ਮੇਰਾ ਬੌਧਿਕ ਪੱਧਰ ਉਹ ਨਾ ਹੋਵੇ ਜਿੱਥੋਂ ਮੈਂ ਗੱਲ ਨੂੰ ਸਮਝ ਰਿਹਾ ਹੋਵਾਂ, ਤਾਂ ਉਹ ਸਾਨੂੰ ਡਿਸਕਸ ਕਰਨੀ ਚਾਹੀਦੀ ਆ। ਉਹਦੇ ਵਿੱਚੋਂ ਜੋ ਚੰਗਾ ਸਾਨੂੰ ਮਿਲਦਾ ਉਹ ਲੈ ਲੈਣਾ ਚਾਹੀਦਾ ਆ। ਮਨ ਵਿੱਚ ਜੇ ਕਿੰਤੂ ਹੈਗਾ ਜ਼ਰੂਰ ਲੈ ਕੇ ਆਓ ਉਹਨੂੰ, ਕਿਉਂਕਿ ਜੇ ਡਾਊਟ ਆਏਗੀ ਤਾਂ ਹੀ ਸੈਟਿਸਫੈਕਸ਼ਨ ਹੋਏਗੀ, ਤਾਂ ਹੀ ਕਲੀਅਰੈਂਸ ਹੋਏਗੀ। ਜੇ ਡਾਊਟ ਅਸੀਂ ਸਵਾਲ ਪੈਦਾ ਨਹੀਂ ਕਰਾਂਗੇ ਤਾਂ ਸਾਡਾ ਮਨ ਵੀ ਕਲੀਅਰ ਨਹੀਂ ਹੋ ਸਕਦਾ। ਉਹ ਦੋ ਗੱਲਾਂ ਹੁੰਦੀਆਂ ਨਾ, ਕਹਿੰਦੇ ਆ ਜੀ ਵੀ ਸਵਾਲ ਉਹ ਕਰਦਾ ਜਿਹਨੇ ਸੁਣਿਆ, ਜਿਹਨੇ ਨਹੀਂ ਸੁਣਿਆ ਉਹ ਸਵਾਲ ਨਹੀਂ ਕਰਦਾ ਕਦੀ ਵੀ। ਜਿਹੜਾ ਜਾਣਦਾ ਆ ਸਵਾਲ ਉਹਦੇ ਅੰਦਰ ਹੀ ਪੈਦਾ ਹੋਏਗਾ ਧਰਮ ਨੂੰ। ਜੇ ਯੂਥ ਜਾਣਦਾ ਤਾਂ ਹੀ ਯੂਥ ਦੇ ਅੰਦਰ ਧਰਮ ਪ੍ਰਤੀ ਸਵਾਲ ਪੈਦਾ ਹੋਣਗੇ, ਤੇ ਉਹਨਾਂ ਸਵਾਲਾਂ ਨੂੰ ਨਿਵਰਤ ਕਰਨ ਦੇ ਲਈ ਵਧੀਆ ਤਰੀਕੇ ਦੇ ਨਾਲ ਸੰਵਾਦ ਰਚਾਇਆ ਜਾਣਾ ਚਾਹੀਦਾ ਆ। ਵਿਵਾਦ ਨਹੀਂ ਰਚਾਇਆ ਜਾਣਾ ਚਾਹੀਦਾ, ਸੰਵਾਦ ਰਚਾਇਆ ਜਾਣਾ ਚਾਹੀਦਾ ਆ। ਮਿਲ ਬੈਠ ਕੇ ਆਪਣੀਆਂ ਸਮੱਸਿਆਵਾਂ ਜਾਂ ਆਪਣੇ ਸਵਾਲ ਨੇ ਜਿਹੜੇ ਉਹ ਡਿਸਕਸ ਕਰ ਲਏ ਜਾਣੇ ਚਾਹੀਦੇ ਆ। ਤੇ ਮੈਂ ਸਾਡੇ ਧਰਮ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਵੀ ਸਾਨੂੰ ਵੀ ਆਪਣਾ ਜਿਹੜਾ ਦਾਇਰਾ ਆ ਉਹ ਖੁੱਲ੍ਹਾ ਕਰਨਾ ਚਾਹੀਦਾ ਹੈ। ਵਿਸ਼ਾਲ ਮਨ ਦੇ ਨਾਲ ਸਵਾਲਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਤੇ ਸੈਟਿਸਫਾਈ ਪ੍ਰੇਮ ਦੇ ਨਾਲ ਕਰਵਾਉਣਾ ਚਾਹੀਦਾ ਆ। ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ, ਬਹੁਤ ਕੁਝ ਕਲੀਅਰ ਅੱਜ ਤੁਹਾਡੇ ਤੋਂ ਮੈਨੂੰ ਹੋ ਗਿਆ, ਤੇ ਉਮੀਦ ਕਰਦਾ ਵੀ ਆਪਾਂ ਅੱਗੇ ਵੀ ਮਿਲਦੇ ਰਹੀਏ ਤੇ ਤੁਸੀਂ ਇਦਾਂ ਹੀ ਸਾਨੂੰ ਸਮਾਂ ਦਿੰਦੇ ਰਹੋ। ਜ਼ਰੂਰ ਜੀ, ਜਦੋਂ ਵੀ ਤੁਸੀਂ ਆਓਗੇ ਸਾਡੇ ਵੱਲੋਂ ਜੀ ਆਇਆਂ ਨੂੰ। ਸਾਰੇ ਦਰਸ਼ਕਾਂ ਨੂੰ ਮੈਂ ਨਿਮਰਤਾ ਦੇ ਨਾਲ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਇਹ ਸਨ ਭਾਈ ਜਸਵਿੰਦਰ ਸਿੰਘ ਜੀ, ਗੁਰਦੁਆਰਾ ਮਸਤੂਆਣਾ ਸਾਹਿਬ ਤੋਂ, ਜੋ ਮੁੱਖ ਪ੍ਰਚਾਰਕ ਨੇ। ਤੇ ਇਹ ਕੁਝ ਮੇਰੇ ਨਿੱਜੀ ਸਵਾਲ ਸੀ ਦੋਸਤੋ ਜੋ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਸੀ, ਕੁਝ ਜ਼ਿੰਦਗੀ 'ਚ ਜੋ ਸੇਧ ਮੈਂ ਲੈਣੀ ਚਾਹੁੰਦਾ ਸੀ ਜਾਂ ਜੋ ਮੇਰੇ ਮਨ 'ਚ ਡਾਊਟ ਸੀ, ਉਹ ਅੱਜ ਇਹਨਾਂ ਨੇ ਕਾਫੀ ਹੱਦ ਤੱਕ ਕਲੀਅਰ ਕੀਤੇ ਨੇ। ਤੇ ਤੁਸੀਂ ਇਹ ਪ੍ਰੋਗਰਾਮ ਦੇਖ ਕੇ, ਤੁਸੀਂ ਇਹ ਸ਼ੋਅ ਦੇਖ ਕੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਾ। ਅਗਰ ਤੁਹਾਡੇ ਵੀ ਕੁਝ ਸਵਾਲ ਨੇ, ਕੁਝ ਇਦਾਂ ਦੇ ਧਰਮ ਨੂੰ ਲੈ ਕੇ, ਜਾਂ ਕੁਝ ਤੁਸੀਂ ਡਾਊਟ ਰੱਖਦੇ ਹੋ ਮਨ ਦੇ ਵਿੱਚ, ਤੇ ਤੁਸੀਂ ਸਾਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ, ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਉਹਨਾਂ ਸਵਾਲਾਂ ਨੂੰ ਹੱਲ ਕਰਨ ਦੀ। ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੇ ਤਦ ਤੱਕ ਲਈ ਦਿਓ ਇਜਾਜ਼ਤ, ਤੇ ਤੁਸੀਂ ਦੇਖ ਰਹੇ ਹੋ ਅਰਸ਼ ਟੀਵੀ।